ਪਹਿਲੇ ਚੈਪਟਰ ਦੇ ਵਿੱਚ ਅਸੀਂ ਦੇਖਾਂਗੇ ਕਿ ਹਾਲੇ ਤੱਕ ਜਿਹੜਾ ਪਿਛਲਾ ਜਿਹੜਾ ਕੰਮ ਉਸ ਨੂੰ ਖਤਮ ਕੀਤਾ ਜਾ ਰਿਹਾ। ਸੋ ਆਓ ਅਸੀਂ ਇਸ ਦੀਆਂ ਪਹਿਲੀਆਂ 9 ਆਇਤਾਂ ਨੂੰ, ਪਹਿਲੀਆਂ 10 ਆਇਤਾਂ ਜਿਸ ਨੂੰ ਮਿਲ ਜਾਏ ਉਹ ਇਸ ਨੂੰ ਪੜ੍ਹਦੇ। ਮੈਂ ਪੜ੍ਹਦੀ ਨਹੀਂ ਬਸ। ਅਦੋਨੀ ਬਜਕ ਉਤੇ ਜਿੱਤ। ਯਹੋਸ਼ੂਆ ਦੀ ਮੌਤ ਦੇ ਪਿੱਛੋਂ ਇਸਰਾਏਲੀ ਲੋਕਾਂ ਨੇ ਪ੍ਰਭੂ ਤੋਂ ਪੁੱਛਿਆ, ਸਾਡੇ ਵਿੱਚੋਂ ਕਿਹੜਾ ਕਬੀਲਾ ਪਹਿਲਾਂ ਜਾ ਕੇ ਕਨਾਨੀ ਲੋਕਾਂ ਨਾਲ ਲੜੇ? ਪ੍ਰਭੂ ਨੇ ਉੱਤਰ ਦਿੱਤਾ, ਯਹੂਦਾ ਦਾ ਕਬੀਲਾ ਜਾਵੇਗਾ, ਮੈਂ ਉਸਦੇ ਹੱਥੀਂ ਇਹ ਧਰਤੀ ਸੌਂਪ ਦਿੱਤੀ ਹੈ। ਤਦ ਯਹੂਦਾ ਨੇ ਸ਼ਮਯੋਨ ਦੇ ਕਬੀਲੇ ਨੂੰ ਕਿਹਾ, ਤੁਸੀਂ ਸਾਡੇ ਨਾਲ ਸਾਡੇ ਹਿੱਸੇ ਆਈ ਧਰਤੀ ਤੇ ਆਓ ਕਿ ਅਸੀਂ ਮਿਲ ਕੇ ਕਨਾਨੀ ਲੋਕਾਂ ਨਾਲ ਲੜੀਏ। ਪਿੱਛੋਂ ਅਸੀਂ ਤੁਹਾਡੇ ਹਿੱਸੇ ਆਈ ਧਰਤੀ ਤੇ ਵੀ ਜਾਵਾਂਗੇ। ਸੋ ਸ਼ਮਯੋਨ ਕਬੀਲੇ ਦੇ ਲੋਕ ਯਹੂਦਾ ਦੇ ਕਬੀਲੇ ਦੇ ਲੋਕਾਂ ਨਾਲ ਮਿਲ ਕੇ ਗਏ। ਯਹੂਦਾ ਦੇ ਕਬੀਲੇ ਦੇ ਲੋਕਾਂ ਨੇ ਹੱਲਾ ਬੋਲਿਆ ਤੇ ਪ੍ਰਭੂ ਨੇ ਕਨਾਨੀ ਅਤੇ ਫਰੀਜ਼ੀ ਲੋਕਾਂ ਨੂੰ ਉਹਨਾਂ ਦੇ ਹੱਥੀਂ ਸੌਂਪ ਦਿੱਤਾ। ਉਹਨਾਂ ਨੇ ਬਜਕ ਦੀ ਥਾਂ ਉੱਤੇ 10,000 ਲੋਕਾਂ ਨੂੰ ਕਤਲ ਕੀਤਾ। ਉੱਥੇ ਹੀ ਉਹਨਾਂ ਨੇ ਰਾਜਾ ਅਦੋਨੀ ਬਜਕ ਨੂੰ ਘੇਰ ਕੇ ਉਸ ਨਾਲ ਲੜਾਈ ਕੀਤੀ। ਰਾਜਾ ਅਦੋਨੀ ਬਜਕ ਨੇ ਉਹਨਾਂ ਦੇ ਅੱਗਿਓਂ ਨੱਠਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਉਸ ਨੂੰ ਫੜ ਕੇ ਉਸਦੇ ਹੱਥਾਂ ਪੈਰਾਂ ਦੇ ਅੰਗੂਠੇ ਵੱਢ ਦਿੱਤੇ। ਇਸ ਉੱਤੇ ਰਾਜਾ ਅਦੋਨੀ ਬਜਕ ਨੇ ਕਿਹਾ, 70 ਰਾਜੇ ਜਿਨ੍ਹਾਂ ਦੇ ਹੱਥਾਂ ਪੈਰਾਂ ਦੇ ਅੰਗੂਠੇ ਮੈਂ ਵੱਢ ਸੁੱਟੇ ਸਨ, ਮੇਰੀ ਮੇਜ਼ ਤੋਂ ਡਿੱਗੇ ਟੁਕੜੇ ਚੁੱਕ ਕੇ ਖਾਂਦੇ ਸਨ। ਪਰਮੇਸ਼ਰ ਨੇ ਮੇਰੇ ਤੋਂ ਉਹਨਾਂ ਦਾ ਬਦਲਾ ਲਿਆ ਹੈ ਅਤੇ ਮੇਰਾ ਹਾਲ ਠੀਕ ਉਹਨਾਂ ਵਰਗਾ ਹੀ ਕੀਤਾ ਹੈ। ਇਸ ਦੇ ਪਿੱਛੋਂ ਅਦੋਨੀ ਬਜਕ ਨੂੰ ਯਰੂਸ਼ਲਮ ਵਿੱਚ ਲੈ ਗਏ, ਜਿੱਥੇ ਉਹ ਮਰ ਗਿਆ। ਯਰੂਸ਼ਲਮ ਅਤੇ ਹਬਰੋਨ ਉੱਤੇ ਜਿੱਤ। ਇਸ ਦੇ ਪਿੱਛੋਂ ਯਹੂਦਾ ਦੇ ਕਬੀਲੇ ਦੇ ਲੋਕਾਂ ਨੇ ਯਰੂਸ਼ਲਮ ਉੱਤੇ ਹੱਲਾ ਕਰਕੇ ਉਸ ਉੱਤੇ ਕਬਜ਼ਾ ਕਰਕੇ ਉੱਥੋਂ ਦੇ ਲੋਕਾਂ ਨੂੰ ਕਤਲ ਕਰ ਦਿੱਤਾ ਅਤੇ ਸ਼ਹਿਰ ਨੂੰ ਅੱਗ ਲਾ ਦਿੱਤੀ। ਫਿਰ ਉਹ ਲੋਕ ਉਹਨਾਂ ਕਨਾਨੀ ਲੋਕਾਂ ਨਾਲ ਲੜਨ ਦੇ ਲਈ ਗਏ ਜੋ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਰਹਿੰਦੇ ਸਨ। ਇੱਥੋਂ ਤੱਕ ਪੜ੍ਹਨਾ ਪਾਸਟਰ ਜੀ? ਅਗਲੀ ਆਇਤ ਵੀ ਪੜ੍ਹ ਦਿਓ। ਓਕੇ। ਇਸ ਦੇ ਪਿੱਛੋਂ ਹਬਰੋਨ ਸ਼ਹਿਰ, ਜਿਸ ਦਾ ਪਹਿਲਾ ਨਾਂ ਕਿਰਿਅਤ ਅਰਬਾ ਸੀ, ਦੇ ਲੋਕਾਂ ਨਾਲ ਲੜਾਈ ਕੀਤੀ। ਇਸ ਤਰ੍ਹਾਂ ਉਹਨਾਂ ਸ਼ੇਸ਼ਈ, ਅਹੀਮਾਨ ਅਤੇ ਤਲਮਈ ਦੇ ਕਬੀਲਿਆਂ ਨੂੰ ਹਰਾਇਆ। ਸੋ ਇਹ ਅਸੀਂ ਬੇਸਿਕਲੀ ਕੀ ਦੇਖਦੇ ਪਏ ਕਿ ਲੈਫਟ ਓਵਰ ਜਿਹੜੀਆਂ ਜਿੱਤਾਂ ਆ ਉਹਨਾਂ ਦੀ ਸਾਰੀ ਇੱਥੇ ਗੱਲ ਹੋ ਰਹੀ ਆ। ਅਗਰ ਅਸੀਂ ਇਹਨਾਂ ਸਾਰਿਆਂ ਨੂੰ ਮੈਪ ਦੇ ਵਿੱਚ ਦੇਖੀਏ ਤਾਂ ਅਸੀਂ ਦੇਖਦੇ ਪਏ ਹਾਂ ਕਿ ਅਸੀਂ ਯਹੂਦਾ ਤੇ ਸ਼ਮਯੋਨ ਦਾ ਕਬੀਲਾ ਦੇਖਦੇ ਪਏ ਹਾਂ, ਔਰ ਇਹਨਾਂ ਦੇ ਲਾਗੇ ਜਿਹੜੀ ਫਿਲਿਸਟਾ ਦੀ ਧਰਤੀ ਆ, ਜਿਹੜਾ ਸਾਰਾ ਇਲਾਕਾ ਆ, ਇੱਥੇ ਕੰਢੇ ਸਾਰੇ ਕਨਾਨੀ ਰਹਿੰਦੇ ਆ। ਜਿਹੜੇ ਕਨਾਨ ਦੇ ਲੋਕ ਆ ਇੱਥੇ ਕੰਢੇ ਰਹਿੰਦੇ। ਸੋ ਕਹਿੰਦੇ ਕਿ ਕੌਣ ਜਿੱਤੇ? ਸੋ ਉਹਨਾਂ ਦੇ ਇਲਾਕੇ ਦੇ ਨਾਲ ਜਿਹੜਾ ਇਲਾਕਾ ਲੱਗਦਾ ਸੀ, ਉਹ ਕਹਿੰਦੇ ਵੀ ਉਹ ਯਹੂਦਾ ਤੇ ਸ਼ਿਮਯੋਨ ਨੂੰ ਪ੍ਰਭੂ ਨੇ ਘੱਲਿਆ ਕਿ ਤੁਸੀਂ ਜਾ ਕੇ ਇਹਨਾਂ ਇਲਾਕਿਆਂ ਦੇ ਉੱਤੇ ਫਤਿਹ ਪਾਓ। ਲੇਕਿਨ ਜਿੱਦਾਂ ਇਲਾਕਾ ਇਹ ਇੱਧਰ ਨੂੰ ਵੱਧਦਾ ਜਾਣਾ, ਉਸੇ ਤਰ੍ਹਾਂ ਇਹ ਕਬੀਲਿਆਂ ਨੇ ਨਾਲ ਰਲ ਕੇ ਔਰ ਅਖੀਰ ਦੇ ਵਿੱਚ ਅਸੀਂ ਦੇਖਣਾ ਕਿ ਇਹਨਾਂ ਕਬੀਲਿਆਂ ਨੇ ਜਿਹੜੇ ਇਹਨਾਂ ਦੇ ਇਲਾਕੇ ਦੇ ਨਾਲ ਜਿਹੜੇ ਲੱਗਦੇ ਹੈਗੇ ਆ, ਉਹਨਾਂ ਨੇ ਜਿੱਤਾਂ ਪ੍ਰਾਪਤ ਕਰਨੀਆਂ। ਸੋ ਅਸੀਂ ਇੱਥੇ ਅਮੈਲਕਾਈਟਸ ਜਿਹੜੇ ਹੈਗੇ ਇੱਥੇ ਦੇਖਦੇ ਪਏ ਆ। ਉਸ ਤੋਂ ਬਾਅਦ ਫਿਲਿਸਤੀਆ ਔਰ ਕਨਾਨ ਦਾ ਜਿਹੜਾ ਇਲਾਕਾ, ਲੈਟ ਮੀ ਸ਼ੋ ਯੂ ਲਿਟਲ ਬਿਟ ਮੋਰ ਬੈਟਰ ਪਿਕਚਰ। ਸੋ ਇੱਥੇ ਬੈਟਰ ਦੇਖ ਸਕਦੇ ਆ। ਜਿਹੜਾ ਇਲਾਕਾ ਅਸੀਂ ਦੇਖਦੇ ਪਏ ਨੂੰ, ਪਹਿਲਾਂ ਫਲਸਤੀਨ ਸਾਰੇ ਇਲਾਕੇ ਨੂੰ ਕਹਿੰਦੇ ਪਏ, ਲੇਕਿਨ ਇੱਥੇ ਫਿਲਿਸਤੀਨ ਇੱਥੇ ਰਹਿੰਦੇ ਪਏ ਆ, ਕੈਨਾਨਾਈਟਸ ਇੱਥੇ ਰਹਿੰਦੇ ਪਏ ਆ, ਕੈਨਾਨਾਈਟਸ ਇਸ ਇਲਾਕੇ ਦੇ ਵਿੱਚ ਵੀ ਰਹਿੰਦੇ ਆ। ਸੋ ਉਹ ਕਨਾਨੀ ਲੋਕ ਇੱਥੇ ਸਾਰੇ ਨਾਲ ਦੇ ਸਮੁੰਦਰ ਦੇ ਇਲਾਕੇ ਦੇ ਨਾਲ ਦੇ ਇਲਾਕਿਆਂ ਦੇ ਵਿੱਚ ਰਹਿੰਦੇ ਸੀ। ਸੋ ਜਿਸ ਵੇਲੇ ਉਹਨਾਂ ਨੇ ਕਿਹਾ ਕਿ ਸਾਨੂੰ ਕੀ ਕਰਨਾ ਚਾਹੀਦਾ, ਸੋ ਪ੍ਰਭੂ ਨੇ ਜਿਹੜੇ ਯਹੂਦਾ ਦੇ ਲੋਕ ਸੀਗੇ ਉਹਨਾਂ ਕੋਲ ਇਲਾਕਾ ਸਾਰਾ ਸੀਗਾ ਤੇ ਸ਼ਿਮਯੋਨ ਉਹਨਾਂ ਦੇ ਗੱਭੇ ਸੀਗਾ। ਸੋ ਉਹਨਾਂ ਦੋਵਾਂ ਨੂੰ ਘੱਲਿਆ, ਵਿਚ ਮੇਕ ਵੈਰੀ ਮਚ ਸੈਂਸ ਕਿ ਪ੍ਰਭੂ ਉਹਨਾਂ ਨੂੰ ਜਿਸ ਲਈ ਘੱਲ ਰਿਹਾ ਹੈਗਾ ਲੜਾਈ ਦੇ ਲਈ, ਤਾਂ ਉਹ ਕਿਸ ਤਰ੍ਹਾਂ ਉਹਨਾਂ ਨੂੰ ਘੱਲਦਾ ਪਿਆ। ਸੋ ਯਹੂਦਾ ਦੇ ਕਬੀਲੇ ਨੂੰ ਤੇ ਸ਼ਿਮਯੋਨ ਦੇ ਕਬੀਲੇ ਨੂੰ ਉਹਨਾਂ ਨੇ ਇੱਥੇ ਪ੍ਰਭੂ ਨੇ ਇਹਨਾਂ ਕੈਨਾਨਾਈਟਸ ਲੋਕਾਂ ਦੇ ਨਾਲ ਲੜਨ ਦੇ ਲਈ ਘੱਲਿਆ। ਸੋ ਉਹਨਾਂ ਨੇ ਇਹ ਸਾਰੇ ਇਲਾਕੇ ਦੇ ਉੱਤੇ ਜਿੱਤਾਂ ਪ੍ਰਾਪਤ ਕੀਤੀਆਂ। ਔਰ ਜਿਸ ਤਰ੍ਹਾਂ ਅਸੀਂ ਦੇਖਦੇ ਪਏ ਹਾਂ ਕਿ ਪ੍ਰਭੂ ਉਹਨਾਂ ਰਾਜਿਆਂ ਨੂੰ ਵੀ ਉਹੀ ਸਜ਼ਾ ਦੇ ਰਿਹਾ ਜੋ ਉਹਨਾਂ ਨੇ ਉੱਥੇ ਦੇ ਜਿਹੜੇ ਛੋਟੇ ਤੁਸੀਂ ਇਹ ਕਹਿ ਲਓ ਕਿ ਸ਼ਹਿਰਾਂ ਦੇ ਜਿਹੜੇ ਰਾਜੇ ਸੀਗੇ, ਮੁਖੀਏ ਸੀਗੇ, ਉਹਨਾਂ ਨੂੰ ਫੜ ਕੇ ਜੋ ਕਨਾਨੀਆਂ ਨੇ ਉਹਨਾਂ ਦੇ ਨਾਲ ਹੱਲਾ ਕਰਕੇ ਉਹਨਾਂ ਦੇ ਨਾਲ ਕੀਤਾ ਸੀ, ਪ੍ਰਭੂ ਨੇ ਉਹੀ ਸਜ਼ਾ ਉਸਨੂੰ ਦਿੱਤੀ ਕਿ ਉਹ ਵੀ ਉਹਨਾਂ ਦੇ ਹੱਥਾਂ ਪੈਰਾਂ ਦੇ ਅੰਗੂਠੇ ਵੱਢ ਕੇ ਉਹਨਾਂ ਨੂੰ ਛੱਡ ਦਿੰਦਾ ਹੁੰਦਾ ਸੀ। ਉਹ ਮੋਸਟਲੀ ਜਿੱਦਾਂ ਕਿ ਬਲੱਡ ਨਿਕਲ ਜਾਣ ਦੇ ਕਾਰਨ ਉਹ ਮਰ ਜਾਂਦੇ ਸੀਗੇ, ਔਰ ਉਹੀ ਮੌਤ ਪ੍ਰਭੂ ਨੇ ਉਸਨੂੰ ਦਿੱਤੀ। ਔਰ ਉਸਨੇ ਸਵੀਕਾਰ ਕੀਤੀ ਪ੍ਰਭੂ ਨੇ ਮੈਨੂੰ ਉਹੀ ਮੌਤ ਦਿੱਤੀ ਜਿਹੜੀ ਮੌਤ ਮੈਂ ਇੱਥੇ ਦੇ
ਵਸਣ ਵਾਲੇ ਲੋਕਾਂ ਨੂੰ ਦਿੱਤੀ ਸੀ। ਸੋ ਅਸੀਂ ਉਹ ਸਾਰੀਆਂ ਚੀਜ਼ਾਂ ਦੇਖਦੇ ਪਏ ਹਾਂ। ਸੋ ਫਿਰ ਉਹਨਾਂ ਨੇ ਯਰੂਸ਼ਲਮ ਔਰ ਹਬਰੋਨ ਦੇ ਉੱਤੇ ਜਿੱਤ ਪ੍ਰਾਪਤ ਕੀਤੀ, ਉਸ ਇਲਾਕੇ ਨੂੰ ਪ੍ਰਾਪਤ ਕੀਤਾ। ਹੁਣ ਅਸੀਂ ਗਾਂ ਜਾ ਦੇਖਾਂਗੇ ਕਿ ਅਥੈਨੀਅਲ ਜਿਹੜਾ ਉਹਨਾਂ ਦਾ ਕਾਲੇਬ ਦਾ ਜਿਹੜਾ ਜਵਾਈ ਵੀ ਆ ਤੇ ਭਤੀਜਾ ਵੀ ਆ, ਅਸੀਂ ਹੁਣ ਉਸ ਨੂੰ ਦੇਖਾਂਗੇ ਕਿ ਕਿਸ ਤਰ੍ਹਾਂ ਉਹ ਉਸ ਇਲਾਕੇ ਦੇ ਉੱਤੇ ਜਿੱਤ ਪ੍ਰਾਪਤ ਕਰਦਾ। 11 ਤੋਂ ਲੈ ਕੇ ਆਓ ਅਸੀਂ ਇਸ ਨੂੰ ਇਸ ਚੈਪਟਰ ਦੇ ਅਸੀਂ ਜਾਵਾਂਗੇ ਬੇਸਿਕਲੀ 21 ਆਇਤ ਤੱਕ। ਮੈਂ ਪੜ੍ਹ ਦੇਣੀ ਪੈਸੀ। Go ahead, ਮੇਰੀ ਭੈਣ। ਅਥਨੀਏਲ ਦਾ ਦਬੀਰ ਨੂੰ ਜਿੱਤਣਾ। ਇਸ ਦੇ ਪਿੱਛੋਂ ਯਹੂਦਾ ਦੇ ਕਬੀਲੇ ਦੇ ਲੋਕਾਂ ਨੂੰ ਦਬੀਰ ਸ਼ਹਿਰ, ਜਿਸ ਦਾ ਪਹਿਲਾ ਨਾਂ ਕਿਰਿਅਤ ਸੇਫਰ ਸੀ, ਦੇ ਲੋਕਾਂ ਨਾਲ ਲੜਾਈ ਕੀਤੀ। ਕਾਲੇਬ ਨੇ ਇਸ ਦੇ ਬਾਰੇ ਕਿਹਾ, ਜੋ ਆਦਮੀ ਕਿਰਿਅਤ ਸੇਫਰ ਨੂੰ ਜਿੱਤੇਗਾ, ਉਸ ਨਾਲ ਮੈਂ ਆਪਣੀ ਧੀ ਅਕਸਾ ਦਾ ਵਿਆਹ ਕਰਾਂਗਾ। ਕਾਲੇਬ ਦੇ ਛੋਟੇ ਭਰਾ ਕੰਜ਼ ਦੇ ਪੁੱਤਰ ਅਥਨੀਏਲ ਨੇ ਕਿਰਿਅਤ ਸੇਫਰ ਨੂੰ ਜਿੱਤ ਲਿਆ ਅਤੇ ਕਾਲੇਬ ਨੇ ਆਪਣੀ ਧੀ ਅਕਸਾ ਦਾ ਵਿਆਹ ਉਸ ਨਾਲ ਕਰ ਦਿੱਤਾ। ਵਿਆਹ ਵਾਲੇ ਦਿਨ ਅਥਨੀਏਲ ਨੇ ਅਕਸਾ ਨੂੰ ਕਿਹਾ ਕਿ ਉਹ ਆਪਣੇ ਪਿਓ ਕੋਲੋਂ ਇੱਕ ਖੇਤ ਮੰਗ ਲਵੇ। ਇਸ ਲਈ ਉਹ ਆਪਣੇ ਗਧੇ ਤੋਂ ਉਤਰ ਗਈ ਅਤੇ ਕਾਲੇਬ ਨੇ ਉਸ ਤੋਂ ਪੁੱਛਿਆ, ਤੂੰ ਕੀ ਮੰਗਦੀ ਹੈ? ਉਸਨੇ ਉੱਤਰ ਦਿੱਤਾ, ਮੈਨੂੰ ਕੁਝ ਹੋਰ ਧਰਤੀ ਦੇ। ਮੈਨੂੰ ਤੂੰ ਪਹਿਲਾਂ ਸੁੱਕੀ ਧਰਤੀ ਹੀ ਦਿੱਤੀ ਹੈ, ਇਸ ਦੇ ਨਾਲ ਮੈਨੂੰ ਕੁਝ ਪਾਣੀ ਵਾਲੀ ਧਰਤੀ ਵੀ ਦੇ। ਇਸ ਲਈ ਕਾਲੇਬ ਨੇ ਉਸਨੂੰ ਕੁਝ ਉੱਚੀ ਅਤੇ ਨੀਵੀਂ ਧਰਤੀ ਵਾਲੇ ਪਾਣੀ ਦੇ ਸੋਮਿਆਂ ਵਾਲੀ ਧਰਤੀ ਦਿੱਤੀ। ਯਹੂਦਾ ਅਤੇ ਬਿਨਿਆਮੀਨ ਦੀਆਂ ਕੁਝ ਹੋਰ ਜਿੱਤਾਂ। ਮੂਸਾ ਦੇ ਸਹੁਰੇ ਕੇਨੀ ਕਬੀਲੇ ਦੀ ਸੰਤਾਨ ਦੇ ਲੋਕ ਖਜੂਰਾਂ ਦੇ ਸ਼ਹਿਰ ਤੋਂ ਯਹੂਦਾ ਦੇ ਲੋਕਾਂ ਨਾਲ ਜਾ ਕੇ ਉਹਨਾਂ ਦੀ ਉਜਾੜ ਵਿੱਚ ਵਸ ਗਏ। ਯਹੂਦਾ ਦੀ ਉਜਾੜ ਅਰਾਦ ਦੇ ਦੱਖਣ ਵੱਲ ਹੈ। ਤਦ ਯਹੂਦਾ ਦੇ ਲੋਕ ਸ਼ਿਮਾਉਨ ਕਬੀਲੇ ਨਾਲ ਮਿਲ ਕੇ ਸਫਾਤ ਸ਼ਹਿਰ ਵਿੱਚ ਰਹਿ ਰਹੇ ਕਨਾਨੀ ਲੋਕਾਂ ਨਾਲ ਲੜੇ ਅਤੇ ਉਹਨਾਂ ਉਸ ਨੂੰ ਪੂਰਾ ਨਾਸ਼ ਕਰ ਦਿੱਤਾ। ਸਫਾਤ ਦਾ ਨਾਂ ਉਸ ਸਮੇਂ ਤੋਂ ਹਰਮਾ ਪੈ ਗਿਆ। ਯਹੂਦਾ ਨੇ ਅਜ਼ਾਹ, ਹਸ਼ਕਲੋਨ ਅਤੇ ਅਕਰੋਨ ਦੇ ਇਲਾਕਿਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ। ਪ੍ਰਭੂ ਯਹੂਦਾ ਦੇ ਲੋਕਾਂ ਨਾਲ ਸੀ। ਉਹਨਾਂ ਨੇ ਪਹਾੜੀ ਇਲਾਕੇ ਤੇ ਵੀ ਕਬਜ਼ਾ ਕਰ ਲਿਆ, ਪਰ ਉਹ ਵਾਦੀ ਵਿੱਚ ਰਹਿ ਰਹੇ ਲੋਕਾਂ ਨੂੰ ਨਾ ਕੱਢ ਸਕੇ, ਕਿਉਂਕਿ ਉਹਨਾਂ ਕੋਲ ਲੋਹੇ ਦੇ ਰੱਥ ਸਨ। ਮੂਸਾ ਦੇ ਕਹੇ ਅਨੁਸਾਰ ਹਬਰੋਨ ਕਾਲੇਬ ਨੂੰ ਮਿਲਿਆ ਅਤੇ ਉਸਨੇ ਅਨਾਕ ਦੇ 3 ਪੁੱਤਰਾਂ ਦੀ ਸੰਤਾਨ ਨੂੰ ਉੱਥੋਂ ਕੱਢ ਦਿੱਤਾ। ਪਰ ਬਿਨਿਆਮੀਨੀ ਲੋਕਾਂ ਨੇ ਯਰੂਸ਼ਲਮ ਵਿੱਚ ਰਹਿ ਰਹੇ ਜਬੂਸੀ ਲੋਕਾਂ ਨੂੰ ਆਪਣੇ ਵਿੱਚੋਂ ਨਾ ਕੱਢਿਆ। ਇਸ ਲਈ ਯਬੂਸੀ ਲੋਕ ਅੱਜ ਤੱਕ ਯਰੂਸ਼ਲਮ ਵਿੱਚ ਬਿਨਿਆਮੀਨੀ ਲੋਕਾਂ ਦੇ ਨਾਲ ਰਹਿੰਦੇ ਹਨ। ਰਹਿ ਰਹੇ ਹਨ। ਅਸੀਂ ਇਹ 2 ਚੀਜ਼ਾਂ ਐਸੀਆਂ ਸੀਗੀਆਂ ਜਿਹੜੀਆਂ ਅਸੀਂ ਜਿਸ ਵੇਲੇ ਅਸੀਂ ਪੜ੍ਹਦੇ ਪਏ ਸੀਗੇ ਯਹੋਸ਼ੂਆ ਦੀ ਪੁਸਤਕ, ਇਹ ਅਸੀਂ ਉਹਦੇ ਵਿੱਚ ਵੀ ਪੜ੍ਹਿਆ ਕਿ ਜਿਸ ਲਈ ਉਸਨੇ ਕਾਲੇਬ ਦੀ ਧੀ ਦਾ ਵਿਆਹ ਹੋਇਆ ਤੇ ਉਸਨੇ ਉਸਨੂੰ ਉਸਦੇ ਪਤੀ ਨੇ ਉਸਨੂੰ ਕਿਹਾ ਕਿ ਦੇਖ ਸਾਡੇ ਇੱਥੇ ਸੁੱਕੀ ਧਰਤੀ ਆਈ ਹੈ, ਤੂੰ ਕੁਛ ਪਾਣੀ ਵਾਲੀ ਧਰਤੀ ਮੰਗ ਲਾ। ਸੋ ਉਸਨੇ ਆਪਣੇ ਬਾਪ ਦੇ ਕੋਲੋਂ ਮੰਗੀ। ਉਸਦੇ ਬਾਪ ਨੇ ਉਸਨੂੰ ਕੁਛ ਉੱਚੀ ਨੀਵੀਂ ਯਾਨੀ ਕਿ ਪਹਾੜੀ ਦੇ ਨਾਲ ਲੱਗਦੀ ਜਿੱਥੋਂ ਪਾਣੀ ਦੇ ਚਸ਼ਮੇ ਵਗਦੇ ਸੀਗੇ ਉਸਨੂੰ ਉਹ ਧਰਤੀ ਦੇ ਦਿੱਤੀ। ਔਰ ਇਹ ਵੀ ਅਸੀਂ ਦੇਖ ਚੁੱਕੇ ਹੈਗੇ ਕਿ ਯਬੂਸੀਆਂ ਨੂੰ ਉਹਨਾਂ ਨੇ ਆਪਣੇ ਵਿੱਚ ਰੱਖ ਲਿਆ। ਔਰ ਇਹ ਜਿਸ ਤਰ੍ਹਾਂ ਕਿ ਅਸੀਂ ਪੜ੍ਹਦੇ ਆ ਰਹੇ ਸੀ ਲਗਾਤਾਰ ਕਿ ਉਹ ਉਹਨਾਂ ਨੂੰ ਕਮੀਨ ਦਾ ਕੰਮ ਦੇ ਦਿੰਦੇ ਸੀਗੇ। ਇਸ ਲਾਲਚ ਦੇ ਨਾਲ ਉਹਨਾਂ ਨੇ ਇਹਨਾਂ ਲੋਕਾਂ ਨੂੰ ਆਪਣੇ ਵਿੱਚ ਰੱਖ ਲਿਆ, ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀ ਉਹ ਕਿੱਡੀ ਵੱਡੀ ਮਿਸਟੇਕ ਕਰਦੇ ਪਏ ਆ। ਸੋ ਉਹ ਇਹ ਲੋਕ ਜਿਹੜੇ ਸੀਗੇ ਇਹ ਉਹਨਾਂ ਦੇ ਲਈ ਪ੍ਰੋਬਲਮ ਦਾ ਬਾਹਰ ਜਾ ਕੇ ਕਾਰਨ ਬਣਨਾ। ਸੋ ਹੁਣ ਅਸੀਂ ਇਫਰਾਇਮ ਅਤੇ ਮਨੱਸਾ ਅਤੇ ਬੈਤੇਲ ਨੂੰ ਜਿੱਤਣਾ। ਹੁਣ ਅਸੀਂ ਅਗਲੀਆਂ ਜਿਹੜੀਆਂ ਟਰਾਈਬਾਂ ਨੂੰ ਦੇਖਦੇ ਪਏ ਹਾਂ ਕਿ ਇਫਰਾਇਮ ਦੇ ਕਬੀਲਿਆਂ ਨੇ ਕਿਸ ਤਰ੍ਹਾਂ ਇਹਨਾਂ ਸਾਰੀਆਂ ਜਿੱਤਾਂ ਨੂੰ ਪ੍ਰਾਪਤ ਕੀਤਾ। ਸੋ ਆਓ ਅਸੀਂ 22 ਤੋਂ ਲੈ ਕੇ ਇਸ ਚੈਪਟਰ ਨੂੰ ਹੁਣ ਅਸੀਂ ਖਤਮ ਕਰਾਂਗੇ। ਮੈਂ ਪੜ੍ਹਦਾ ਮਾਸਟਰ ਜੀ। ਗੋ ਅਹੈਡ ਮੇਰੀ। ਹਾਂਜੀ। ਇਫਰਾਇਮ ਅਤੇ ਮਨੱਸੇ ਦੇ ਲੋਕਾਂ ਦਾ ਬੈਤੇਲ ਨੂੰ ਜਿੱਤਣਾ। ਯੂਸਫ ਦੀ ਸੰਤਾਨ ਨੇ ਬੈਤਲ ਤੇ ਵੀ ਹੱਲਾ ਬੋਲਿਆ ਅਤੇ ਪ੍ਰਭੂ ਉਹਨਾਂ ਦੇ ਨਾਲ ਸੀ। ਉਹਨਾਂ ਨੇ ਹੱਲਾ ਬੋਲਣ ਤੋਂ ਪਹਿਲਾਂ ਆਪਣੇ ਜਸੂਸ ਬੈਤਲ ਵਿੱਚ ਘੱਲੇ। ਬੈਤਲ ਦਾ ਇਸ ਸਮੇਂ ਨਾਂ ਲੂਜ ਹੈ। ਜਸੂਸਾਂ ਨੇ ਇੱਕ ਮਨੁੱਖ ਨੂੰ ਸ਼ਹਿਰ ਦੇ ਵੱਲੋਂ ਆਉਂਦੇ ਦੇਖਿਆ। ਉਹਨਾਂ ਨੇ ਉਸ ਆਦਮੀ ਨੂੰ ਕਿਹਾ, ਤੂੰ ਸਾਨੂੰ ਸ਼ਹਿਰ ਦੇ ਅੰਦਰ ਜਾਣ ਦਾ ਰਾਹ ਦੱਸ ਦੇ, ਅਸੀਂ ਤੇਰੇ ਨਾਲ ਚੰਗਾ ਵਰਤਾਓ ਕਰਾਂਗੇ। ਉਸ ਆਦਮੀ ਨੇ ਉਹਨਾਂ ਨੂੰ ਰਾਹ ਦੱਸ ਦਿੱਤਾ। ਉਹਨਾਂ ਨੇ ਸ਼ਹਿਰ ਦੇ ਅੰਦਰ ਜਾ ਕੇ ਸਭ ਨੂੰ ਕਤਲ ਕਰ ਦਿੱਤਾ, ਪਰ ਉਸ ਆਦਮੀ ਅਤੇ ਉਸਦੇ ਟੱਬਰ ਨੂੰ ਕੁਝ ਨਾ ਕਿਹਾ। ਉਹ ਆਦਮੀ ਹਿੱਤੀ ਲੋਕਾਂ ਦੀ ਧਰਤੀ ਉੱਤੇ ਚਲਾ ਗਿਆ। ਉਸਨੇ ਉੱਥੇ ਇੱਕ ਸ਼ਹਿਰ ਵਸਾਇਆ ਜਿਸ ਦਾ ਨਾਂ ਉਸਨੇ ਲੂਜ ਰੱਖਿਆ। ਇਹ ਨਾਂ ਅੱਜ ਤੱਕ ਉਸ ਸ਼ਹਿਰ ਦਾ ਹੈ। ਇਜ਼ਰਾਈਲੀ ਲੋਕਾਂ ਵਿੱਚ ਪਿੱਛੇ ਰਹਿ ਗਏ ਲੋਕ
ਨਸ਼ੇ ਦੇ ਕਬੀਲੇ ਨੇ ਇਹਨਾਂ ਸ਼ਹਿਰਾਂ ਦੇ ਲੋਕਾਂ ਨੂੰ ਆਪਣੇ ਵਿੱਚੋਂ ਨਾ ਕੱਢਿਆ। ਬੈਤਸਾਨ, ਤਨਾਕ, ਦੌਰ, ਜਿਬਲਾਮ ਅਤੇ ਮਿਗਦੋ, ਇਹਨਾਂ 5 ਸ਼ਹਿਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਵੀ ਉਹਨਾਂ ਨੇ ਨਾ ਕੱਢਿਆ। ਕਨਾਨੀ ਲੋਕ ਉਹਨਾਂ ਦੇ ਨਾਲ ਇਹਨਾਂ ਸ਼ਹਿਰਾਂ ਵਿੱਚ ਹੀ ਰਹੇ। ਪਰ ਜਦੋਂ ਇਜ਼ਰਾਈਲੀ ਤਕੜੇ ਹੋ ਗਏ ਤਾਂ ਉਹਨਾਂ ਕਨਾਨੀ ਲੋਕਾਂ ਕੋਲੋਂ ਬਗਾਰ ਲੈਣੀ ਸ਼ੁਰੂ ਕਰ ਦਿੱਤੀ। ਇਫਰਾਈਮ ਨੇ ਗਜ਼ਰ ਸ਼ਹਿਰ ਦੇ ਲੋਕਾਂ ਨੂੰ ਆਪਣੇ ਵਿੱਚੋਂ ਨਾ ਕੱਢਿਆ। ਇਸ ਤਰ੍ਹਾਂ ਕਨਾਨੀ ਲੋਕ ਉੱਥੇ ਵੀ ਵਸੇ ਰਹੇ। ਜ਼ਬੂਲੂਨ ਨੇ ਕਟਰੋਨ ਅਤੇ ਨਹਲੋਲ ਸ਼ਹਿਰਾਂ ਵਿੱਚ ਰਹਿ ਰਹੇ ਕਨਾਨੀ ਲੋਕਾਂ ਨੂੰ ਨਾ ਕੱਢਿਆ, ਸੋ ਉਹ ਉੱਥੇ ਹੀ ਰਹੇ ਅਤੇ ਇਜ਼ਰਾਈਲੀ ਉਹਨਾਂ ਕੋਲੋਂ ਬਗਾਰ ਦਾ ਕੰਮ ਲੈਂਦੇ ਰਹੇ। ਅਸ਼ੇਰ ਨੇ ਇਹਨਾਂ ਸ਼ਹਿਰਾਂ ਦੇ ਲੋਕਾਂ ਨੂੰ ਨਾ ਕੱਢਿਆ। ਅਕੋ, ਸਿਦੋਨ, ਹਲਾਬ, ਅਕਜੀਬ, ਹਲਵਾ, ਅਫੀਕ ਅਤੇ ਰਹੋਬ, ਸੋ ਕਨਾਨੀ ਲੋਕ ਇਹਨਾਂ ਸ਼ਹਿਰਾਂ ਦੇ ਵਿੱਚ ਅਸ਼ੇਰੀ ਲੋਕਾਂ ਨਾਲ ਹੀ ਰਹੇ, ਕਿਉਂਕਿ ਉਹਨਾਂ ਨੇ ਅਸ਼ੇਰੀਆਂ ਨੂੰ ਕੱਢਿਆ ਨਹੀਂ ਸੀ। ਨਫਤਾਲੀ ਨੇ ਇਹਨਾਂ ਸ਼ਹਿਰਾਂ ਦੇ ਲੋਕਾਂ ਨੂੰ ਨਾ ਕੱਢਿਆ। ਬੈਤ ਸ਼ਮਸ਼ ਅਤੇ ਬੈਤਨਾਥ, ਇਹਨਾਂ ਦੋਹਾਂ ਸ਼ਹਿਰਾਂ ਵਿੱਚ ਰਹਿ ਰਹੇ ਕਨਾਨੀਆਂ ਕੋਲੋਂ ਨਫਤਾਲੀ ਕਬੀਲੇ ਦੇ ਲੋਕ ਬਗਾਰ ਦਾ ਕੰਮ ਲੈਂਦੇ ਸਨ। ਅਮੋਰੀ ਲੋਕਾਂ ਨੇ ਦਾਨ ਦੇ ਕਬੀਲੇ ਦੇ ਲੋਕਾਂ ਨੂੰ ਪਹਾੜੀ ਇਲਾਕੇ ਵੱਲ ਧੱਕ ਦਿੱਤਾ ਅਤੇ ਉਹਨਾਂ ਨੂੰ ਵਾਦੀ ਵਿੱਚ ਨਾ ਆਉਣ ਦਿੱਤਾ। ਮੋਰੀ ਲੋਕ ਹਰਸ ਪਹਾੜ, ਅਯਾਲੋਨ ਅਤੇ ਸਾਲਬੀਨ ਵਿੱਚ ਵਸੇ ਰਹੇ, ਪਰ ਯੂਸਫ ਦੀ ਸੰਤਾਨ ਉਹਨਾਂ ਤੋਂ ਵੀ ਜ਼ੋਰ ਨਾਲ ਬਗਾਰ ਦਾ ਕੰਮ ਲੈਂਦੀ ਰਹੀ। ਮੋਰੀ ਲੋਕਾਂ ਦੇ ਇਲਾਕੇ ਦੀ ਹੱਦ ਅਕਰਬੀਨ ਦੀ ਚੜ੍ਹਾਈ ਅਤੇ ਸੇਲਾ ਤੋਂ ਉਤਾਂਹ ਵੱਲ ਜਾਂਦੀ ਸੀ। ਹਾਂਜੀ, ਸੋ ਹੁਣ ਅਸੀਂ ਇੱਥੇ ਕੀ ਦੇਖਦੇ ਪਏ ਹਾਂ ਕਿ ਜਿਸਲੇ ਅਸੀਂ ਹੁਣ ਮੈਪ ਦੇ ਵਿੱਚ ਵਾਪਸ ਜਾਂਦੇ ਹਾਂ ਤੇ ਅਸੀਂ ਦੇਖਦੇ ਪਏ ਹਾਂ ਕਿ ਇਹ ਸਾਰੇ ਜਿਹੜੇ ਕਬੀਲੇ ਆ ਇਹਨਾਂ ਦੇ ਵਿੱਚੋਂ ਇੱਕ ਨਹੀਂ, ਸਾਰਿਆਂ ਦਾ ਹੀ ਇਹ ਕੰਮ ਆ। ਯਹੂਦਾ ਦੇ ਕਬੀਲੇ ਦੇ ਵਿੱਚ ਵੀ ਲੋਕ ਰਹਿੰਦੇ ਪਏ ਆ, ਦਾਨ ਦੇ ਕਬੀਲੇ ਦੇ ਵਿੱਚ ਵੀ ਲੋਕ ਰਹਿੰਦੇ ਪਏ ਆ, ਔਰ ਇਸੇ ਤਰ੍ਹਾਂ ਅਸੀਂ ਇਹ ਦੇਖਦੇ ਪਏ ਹਾਂ ਕਿ ਇੱਥੇ ਐਫਰਾਇਮ, ਬਿਨਯਾਮਿਨ, ਜ਼ੈਬਲੂਨ, ਨਫਤਾਲੀ, ਆਸੇਰ, ਇਸਖਾਰ, ਇਹਨਾਂ ਸਾਰਿਆਂ ਦੇ ਕਬੀਲਿਆਂ ਦੇ ਵਿੱਚ ਔਰ ਮਨੱਸਾ ਦੇ ਕਬੀਲਿਆਂ ਦੇ ਵਿੱਚ ਤਾਂ ਸਾਰਿਆਂ ਨਾਲੋਂ ਜ਼ਿਆਦਾ ਰਹਿੰਦੇ ਪਏ। ਔਰ ਅਸੀਂ ਇਹ ਦੇਖਦੇ ਹਾਂ ਕਿ ਅਮੋਨੀ ਲੋਕ ਆ ਔਰ ਮੁਆਬੀ ਲੋਕ ਆ। ਇਹ ਲੂਤ ਦੀ ਸੰਤਾਨ ਆ, ਜਿਹੜਾ ਭਤੀਜਾ ਸੀ ਅਬਰਾਹਮ ਦਾ, ਉਸ ਦੀ ਸੰਤਾਨ ਦੇ ਇਲਾਕੇ ਸੀਗੇ ਇਹ। ਸੋ ਇਲਾਕੇ ਜਿਹੜਾ ਸੀਗਾ, ਇਹ ਜਿਹੜੇ ਸੀਗੇ ਮੁਆਬੀ ਲੋਕ ਹਰ ਗਏ ਸੀ, ਜਿਹਦੇ ਵਿੱਚ ਰੈਬੂਨ ਬਸ ਗਿਆ ਸੀਗਾ, ਰਬੂਨ ਦਾ ਕਬੀਲਾ ਬਸ ਗਿਆ ਸੀ। ਸੋ ਅਸੀਂ ਇਹ ਦੇਖਦੇ ਕਹੇ ਕਿ ਅਮੋਨੀਆ ਨੇ ਇਧਰਲੇ ਪਾਸਿਓਂ ਹਮਲਾ ਕਰਕੇ ਗਾਦ ਦੇ ਕਬੀਲੇ ਨੂੰ ਆਲਮੋਸਟ ਇਹਦਾ ਜਿਹੜਾ ਸੀਗਾ 20% ਦੇ ਵਿੱਚ ਇਹ ਰਹਿ ਗਏ ਸੀਗੇ। ਬਾਕੀ ਇਹਨਾਂ ਨੇ ਸਾਰਿਆਂ ਨੂੰ ਉਹਨਾਂ ਨੇ ਤੱਕ ਕੇ ਇਸ ਧਰਤੀ ਦੇ ਉੱਤੇ ਕਬਜ਼ਾ ਕਰ ਲਿਆ ਸੀ। ਲੇਕਿਨ ਜਿਹੜਾ ਮਨੱਸੇ ਦਾ ਕਬੀਲਾ ਸੀ, ਕਿਉਂਕਿ ਇਹ ਤਕੜਾ ਕਬੀਲਾ ਸੀ, ਇਹਨਾਂ ਨੇ ਅਮੋਨੀਆ ਦੇ ਉੱਤੋਂ ਤੋਂ ਜੋੜ ਦੇ ਨਾਲ ਕੰਮ ਕਰਾਇਆ। ਪਰ ਇਹਨਾਂ ਨੇ ਅਮੋਨੀਆ ਦੇ ਨਾਲ ਅਸੀਂ ਆਲਰੇਡੀ ਦੇਖਣ ਲੱਗ ਪਏ ਹਾਂ ਕਿ ਇਹਨਾਂ ਦੇ ਵਿੱਚ ਜਿਹੜੀ ਹੈਗੀ ਉਹ ਟ੍ਰਾਈਬਲਿਜ਼ਮ ਚੱਲ ਪਿਆ ਹੈ, ਇਹਨਾਂ ਦੇ ਆਪਣੇ ਵਿੱਚ ਵੀ ਟ੍ਰਾਈਬਲਿਜ਼ਮ ਚੱਲ ਪਿਆ ਹੈ। ਸੋ ਅਸੀਂ ਇੱਥੋਂ ਹੀ ਦੇਖਣਾ ਉਹ ਸੁਗੰਧ ਆਉਣੀ ਸ਼ੁਰੂ ਹੋ ਗਈ ਆ ਕਿ ਅਸੀਂ ਦੇਖਣ ਲੱਗ ਪਏ ਕਿ ਉਹਨਾਂ ਨੇ ਆਪਣੇ ਭਰਾ ਦੀ ਮਦਦ ਨਹੀਂ ਕੀਤੀ, ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਪਏ ਹਾਂ ਕਿ ਆਪਣੇ ਇਲਾਕੇ ਨੂੰ ਵਧਾਇਆ, ਉਹਨਾਂ ਨੂੰ ਆਪਣੇ ਅਮੋਨੀਆ ਨੂੰ ਆਪਣੇ ਤੋਂ ਕੰਮ ਕਰਾਇਆ, ਉਹਨਾਂ ਤੋਂ ਬਗਾਰ ਕਰਾਈ ਆ, ਲੇਕਿਨ ਆਪਣੇ ਭਰਾ ਦੀ ਮਦਦ ਨਹੀਂ ਕੀਤੀ। ਸੋ ਅਸੀਂ ਆਲਰੇਡੀ ਉਹ ਚੀਜ਼ਾਂ ਹੁਣ ਇਹਨਾਂ ਦੇ ਵਿੱਚ ਦੇਖਣ ਲੱਗ ਪਏ ਹਾਂ। ਸੋ ਹੁਣ ਅਸੀਂ ਦੂਸਰੇ ਭਾਗ ਦੇ ਵਿੱਚ ਜਾਵਾਂਗੇ, ਉੱਥੇ ਜਾ ਕੇ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਪ੍ਰਭੂ ਨੇ ਫਿਰ ਵੀ ਇਹ ਸਭ ਕੁਝ ਹੁੰਦਿਆਂ ਹੋਇਆਂ ਪ੍ਰਭੂ ਦੀ ਬੜੀ ਮਹਾਨ ਬਰਕਤ ਉਹਨਾਂ ਦੇ ਕੋਲ ਆਈ। ਯਹੋਸ਼ੂਆ ਦੀ ਮੌਤ ਤੋਂ ਪਹਿਲਾਂ ਜਿੱਦਾਂ ਯਹੋਸ਼ੂਆ ਨੂੰ ਦਰਸ਼ਨ ਪ੍ਰਭੂ ਨੇ ਦਿੱਤੇ ਸੀ, ਉਦਾਂ ਹੀ ਹੁਣ ਇਜ਼ਰਾਈਲ ਦੇ ਜਿਹੜੇ ਲੀਡਰ ਸੀਗੇ ਉਹਨਾਂ ਦੇ ਉੱਤੇ ਪ੍ਰਭੂ ਨੇ ਕਿਰਪਾ ਕੀਤੀ ਹੈ। ਸੋ ਆਓ ਅਸੀਂ ਦੂਸਰਾ ਭਾਗ ਉਸ ਦੀਆਂ ਪਹਿਲੀਆਂ ਬੇਸਿਕਲੀ 5 ਆਇਤਾਂ ਨੂੰ ਪਹਿਲਾਂ ਦੇਖਦੇ ਮੈਂ ਪੜ੍ਹਦੀ ਹਾਂ ਪਾਸਟਰ ਜੀ। ਜੀ। ਬੋਕੀਮ ਦੀ ਥਾਂ ਤੇ ਪ੍ਰਭੂ ਦਾ ਸਵਰਗਦੂਤ ਗਿਲਗਾਲ ਤੋਂ ਬੋਕੀਮ ਦੀ ਥਾਂ ਤੇ ਆਇਆ ਅਤੇ ਉਸਨੇ ਇਸਰਾਏਲੀਆਂ ਨੂੰ ਕਿਹਾ, ਮੈਂ ਤੁਹਾਨੂੰ ਮਿਸਰ ਤੋਂ ਕੱਢ ਕੇ ਉਸ ਧਰਤੀ ਉੱਤੇ ਲੈ ਆਇਆ ਹਾਂ ਜਿਸ ਦੇ ਲਈ ਮੈਂ ਤੁਹਾਡੇ ਪੁਰਖਿਆਂ ਨੂੰ ਪ੍ਰਤਿਗਿਆ ਦਿੱਤੀ ਸੀ। ਮੈਂ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਕੀਤੇ ਨੇਮ ਨੂੰ ਕਦੀ ਤੋੜਾਂਗਾ ਨਹੀਂ। ਤੁਸੀਂ ਵੀ ਆਪਣੇ ਵਿੱਚ ਰਹਿ ਰਹੇ ਲੋਕਾਂ ਨਾਲ ਕੋਈ ਨੇਮ ਨਹੀਂ ਕਰੋਗੇ ਅਤੇ ਉਹਨਾਂ ਦੀਆਂ ਬੇਦੀਆਂ ਵੀ ਢਾਹ ਦੇਵੋਗੇ। ਪਰ ਤੁਸੀਂ ਮੇਰੀ ਆਗਿਆ ਨਹੀਂ ਮੰਨੀ ਹੈ। ਤੁਸੀਂ ਕੀ ਕੀਤਾ ਹੈ? ਮੈਂ ਵੀ ਹੁਣ ਉਹਨਾਂ ਲੋਕਾਂ ਨੂੰ ਤੁਹਾਡੇ ਅੱਗਿਓਂ ਨਹੀਂ ਕੱਢਾਂਗਾ। ਉਹ ਤੁਹਾਡੇ ਲਈ ਮੁਸੀਬਤ ਬਣ ਜਾਣਗੇ ਅਤੇ ਉਹਨਾਂ ਦੇ ਦੇਵਤੇ ਤੁਹਾਡੇ ਲਈ ਫੰਦੇ ਦਾ ਕੰਮ ਕਰਨਗੇ।
ਜਦੋਂ ਪ੍ਰਭੂ ਦੇ ਸਵਰਗਦੂਤ ਨੇ ਇਹ ਸਭ ਗੱਲਾਂ ਇਸਰਾਏਲੀ ਲੋਕਾਂ ਨੂੰ ਕਹੀਆਂ ਤਾਂ ਉਹ ਇਹ ਸੁਣ ਕੇ ਉੱਚੀਆਂ ਆਵਾਜ਼ਾਂ ਨਾਲ ਰੋਣ ਲੱਗੇ। ਉਹਨਾਂ ਨੇ ਉਸ ਥਾਂ ਦਾ ਨਾਂ ਬੋਕੀਮ ਰੱਖਿਆ ਅਤੇ ਉੱਥੇ ਪ੍ਰਭੂ ਦੇ ਲਈ ਉਹਨਾਂ ਇੱਕ ਵੇਦੀ ਬਣਾਈ। ਆਮੀਨ। ਸੋ ਹੁਣ ਉਹੀ ਕੰਮ ਜਿਸ ਵੇਲੇ ਪ੍ਰਭੂ ਦੀ ਆਵਾਜ਼ ਫਿਰ ਆਉਂਦੀ ਹੈ ਤੇ ਫਿਰ ਉਸ ਵੇਲੇ ਉਹ ਰੋਣ ਧੋਣ ਦਾ ਕੰਮ ਕਰਦੇ। ਪ੍ਰਭੂ ਨੇ ਕਿਹਾ ਕਿ ਹੁਣ ਤਾਂ ਤੁਸੀਂ ਉਹਨਾਂ ਦੇ ਨਾਲ ਸੰਧੀਆਂ ਕਰ ਚੁੱਕੇ ਆ, ਤੁਸੀਂ ਉਹਨਾਂ ਦੇ ਨਾਲ ਸੰਧੀਆਂ ਕਰ ਚੁੱਕੇ ਆ, ਤੁਸੀਂ ਉਹਨਾਂ ਤੋਂ ਵਿਗਾੜ ਦਾ ਕੰਮ ਲੈਣੇ ਪਏ ਆ। ਹੁਣ ਉਹ ਉਸ ਤਰ੍ਹਾਂ ਆ ਜਿਸ ਤਰ੍ਹਾਂ ਤੁਸੀਂ ਇੱਕ ਵੇਲੇ ਮਿਸਰ ਦੇ ਵਿੱਚ ਸੀ, ਉਹ ਹੁਣ ਨਿਮਾਣੇ ਆ। ਪਰ ਜਿੱਦਾਂ ਮਿਸਰ ਦੇ ਵਿੱਚ ਤੁਹਾਡੇ ਲਈ ਮੈਂ ਮਿਸਰ ਦੇ ਹਾਕਮ ਨੂੰ ਸਜ਼ਾ ਦਿੱਤੀ ਸੀ, ਇਸੇ ਤਰ੍ਹਾਂ ਹੁਣ ਉਹ ਸਜ਼ਾਵਾਂ ਤੁਹਾਡੇ ਉੱਤੇ ਆਉਣਗੀਆਂ। ਔਰ ਇਹ ਸਾਰੇ ਦਾ ਸਾਰਾ ਬੇਸ ਹੈ ਨਿਆਂਇਆਂ ਦੀ ਪੋਥੀ ਦਾ। ਨਿਆਂਇਆਂ ਦੀ ਪੋਥੀ ਅਸਲ ਦੇ ਵਿੱਚੋਂ ਇੱਥੋਂ ਸ਼ੁਰੂ ਹੁੰਦੀ ਹੈ। ਔਰ ਜਿਹੜਾ ਪ੍ਰਭੂ ਦਾ ਸਵਰਗਦੂਤ ਆ, ਉਸਨੇ ਇਜ਼ਰਾਈਲੀ ਜਿਹੜੇ ਬਜ਼ੁਰਗ ਆ, ਜਿਹੜੇ ਉਹਨਾਂ ਦੇ ਲੀਡਰ ਆ, ਉਹਨਾਂ ਦੇ ਨਾਲ ਇਹ ਸਾਰੀ ਗੱਲ ਕੀਤੀ ਕਿ ਇਹ ਹੁਣ ਤੁਹਾਡੇ ਲਈ ਫੰਦੇ ਦਾ ਕਾਰਨ ਬਣਨਾ। ਇਹ ਤੁਹਾਡੇ ਲਈ ਤੁਸੀਂ ਇਹਨਾਂ ਨੂੰ ਦੇਖਣਾ ਕਿ ਇਹਨਾਂ ਨੇ ਹੁਣ ਤੁਹਾਡੇ ਵਿੱਚ ਤਕੜੇ ਹੋਣਾ ਹੈ ਔਰ ਫਿਰ ਇਹਨਾਂ ਨੇ ਤੁਹਾਡੇ ਉੱਤੇ ਕਬਜ਼ਾ ਕਰਨਾ। ਹੁਣ ਅਸੀਂ ਗਾਂਹ ਜਾ ਕੇ ਦੇਖਣਾ ਕਿ ਇਹਨਾਂ ਨੇ ਉਹਨਾਂ ਕੌਮਾਂ ਦੇ ਵਿੱਚ ਵਿਆਹ ਕਰਨੇ ਆ ਔਰ ਜਿਹੜੀਆਂ ਇਹਨਾਂ ਦੀਆਂ ਔਲਾਦਾਂ ਹੋਣੀਆਂ, ਉਹਨਾਂ ਨੇ ਤਾਂ ਅਫਕੋਰਸ ਉਹਨਾਂ ਦਾ ਸਾਥ ਦੇਣਾ ਹੈ। ਸੋ ਇਹਨਾਂ ਨੇ ਆਪਣੇ ਘਰ ਨੂੰ ਖੋਰ ਆਪੇ ਹੀ ਲਾਉਣੀ। ਸੋ ਅਸੀਂ ਹੁਣ ਯਹੋਸ਼ੂਆ ਦੀ ਇੱਥੇ ਮੌਤ ਹੋ ਗਈ, ਲੇਕਿਨ ਇੱਥੇ ਇੱਕ ਬਹੁਤ ਪਿਆਰੀ ਚੀਜ਼ ਹੋਈ। ਇੱਥੇ ਮੱਤੀ ਦਾ ਚੈਪਟਰ 1 ਲਿਖ ਲਓ, ਕਿਉਂਕਿ ਇੱਥੇ ਸਲਮੋਨ ਦੇ ਘਰ ਰਹਾਬ ਤੋਂ ਇੱਕ ਪੁੱਤਰ ਦੀ ਦਾਤ ਹੋਈ ਔਰ ਉਸਦਾ ਨਾਂ ਹੈ ਬੋਆਜ਼। ਸੋ ਬੋਆਜ਼ ਦਾ ਜਿਹੜਾ ਜਨਮ, ਉਹ ਜਿਸ ਸਾਲ ਬੇਸਿਕਲੀ ਯਹੋਸ਼ੂਆ ਦੀ ਮੌਤ ਹੋਈ ਆ, ਉਸ ਸਾਲ ਉਸਦਾ ਜਨਮ ਹੋਇਆ। ਔਰ ਅਸੀਂ ਇੱਥੇ ਦੇਖਾਂਗੇ ਕਿ ਯਹੋਸ਼ੂਆ ਦੀ ਇੱਥੇ ਮੌਤ ਦੇਖਾਂਗੇ, ਲੇਕਿਨ ਮੱਤੀ ਦਾ ਪਹਿਲਾ ਭਾਗ ਉਹਦੀ 1 ਤੋਂ 5 ਆਇਤ ਇੱਥੇ। ਸੋ ਆਓ ਅਸੀਂ 6 ਤੋਂ ਲੈ ਕੇ 10 ਤੱਕ ਦੇਖੀਏ। ਔਰ ਉੱਥੋਂ ਫਿਰ ਹੁਣ ਅਸੀਂ ਅੱਗੇ ਚੱਲਾਂਗੇ, ਜਿਸ ਨੂੰ ਮਿਲ ਜਾਏ 6 ਤੋਂ 10 ਤੱਕ ਪੜ੍ਹਦੇ। ਮੈਂ ਪੜ੍ਹ ਦਿੰਦਾ ਬਾਸੂ ਜੀ। ਯਹੋਸ਼ੂਆ ਦੀ ਮੌਤ। ਇਸ ਚੈਪਟਰ ਤੁਸੀਂ ਕਰਨਾ ਬ੍ਰਦਰ ਜੀ। ਓਕੇ, ਠੀਕ ਹੈ। ਤਦ ਯਹੋਸ਼ੂਆ ਨੇ ਲੋਕਾਂ ਨੂੰ ਵਿਦਾ ਕੀਤਾ। ਲੋਕ ਆਪਣੇ ਆਪਣੇ ਵਿਰਸੇ ਦੀ ਧਰਤੀ ਉੱਤੇ ਵਸਣ ਦੇ ਲਈ ਚਲੇ ਗਏ। ਇਜ਼ਰਾਈਲੀ ਲੋਕ ਯਹੋਸ਼ੂਆ ਦੇ ਜਿਉਂਦੇ ਜੀ ਪ੍ਰਭੂ ਦੀ ਸੇਵਾ ਕਰਦੇ ਰਹੇ। ਉਹ ਉਹਨਾਂ ਬਜ਼ੁਰਗਾਂ ਦੇ ਜਿਉਂਦਿਆਂ ਹੋਇਆਂ ਜਿਨ੍ਹਾਂ ਪ੍ਰਭੂ ਦੇ ਇਜ਼ਰਾਈਲੀਆਂ ਲਈ ਕੀਤੇ ਮਹਾਨ ਕੰਮ ਦੇਖੇ ਸਨ, ਉਸ ਦੀ ਉਪਾਸਨਾ ਕਰਦੇ ਰਹੇ। ਪਰ ਪ੍ਰਭੂ ਦਾ ਦਾਸ ਨੂਨ ਦਾ ਪੁੱਤਰ ਯਹੋਸ਼ੂਆ 110 ਸਾਲਾਂ ਦਾ ਹੋ ਕੇ ਮਰ ਗਿਆ। ਇਜ਼ਰਾਈਲੀਆਂ ਨੇ ਉਸ ਨੂੰ ਉਸਦੇ ਵਿਰਸੇ ਦੀ ਧਰਤੀ ਤਿਮਨਤ ਹਰਸ ਵਿੱਚ ਦਫਨਾ ਦਿੱਤਾ। ਇਹ ਥਾਂ ਇਫਰਾਇਮ ਦੇ ਪਹਾੜੀ ਇਲਾਕੇ ਵਿੱਚ ਰਾਸ਼ ਦੇ ਪਹਾੜ ਦੇ ਕੋਲ ਹੈ। ਯਹੋਸ਼ੂਆ ਦੇ ਪਿੱਛੋਂ ਉਹ ਸਭ ਪੀੜ੍ਹੀ ਵੀ ਖਤਮ ਹੋ ਗਈ ਜਿਨ੍ਹਾਂ ਨੇ ਪ੍ਰਭੂ ਦੇ ਇਜ਼ਰਾਈਲ ਲਈ ਕੀਤੇ ਕੰਮ ਦੇਖੇ ਸਨ। ਤਦ ਇੱਕ ਨਵੀਂ ਪੀੜ੍ਹੀ ਪੈਦਾ ਹੋ ਗਈ ਜੋ ਪ੍ਰਭੂ ਬਾਰੇ ਕੁਝ ਨਹੀਂ ਜਾਣਦੀ ਸੀ। ਸੋ ਹੁਣ ਅਸੀਂ 40 ਸਾਲ ਦਾ ਵਕਫਾ ਦੇਖਦੇ ਪਏ ਹਾਂ, ਔਰ ਜਿਸ ਲਈ ਅਸੀਂ 40 ਸਾਲ ਦਾ ਵਕਫਾ ਦੇਖਦੇ ਪਏ ਹਾਂ, ਸ਼ਾਂਤੀ ਦੇਖਦੇ ਪਏ ਹਾਂ, ਔਰ ਉਸੇ ਸ਼ਾਂਤੀ ਦੇ ਵਿੱਚ ਜਿਹੜਾ ਪ੍ਰਭੂ ਦਾ ਸਰਾਫ ਇਸ ਦੂਜੇ ਚੈਪਟਰ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਦੇ ਉੱਤੇ ਆਇਆ ਸੀ, ਉਹ ਹੁਣ ਸ਼ੁਰੂ ਹੋ ਗਿਆ। ਸੋ ਆਓ ਅਸੀਂ ਇਸ ਚੈਪਟਰ ਨੂੰ ਬ੍ਰਦਰ ਜੀ ਨੂੰ ਖਤਮ ਕਰੀਏ ਔਰ ਫਿਰ ਅਸੀਂ ਕਿਉਂਕਿ ਇਹ ਬੇਸਿਕਲੀ ਸਾਰੇ ਚੈਪਟਰ ਦਾ ਆਉਣ ਵਾਲੀ ਸਾਰੀ ਜਿਹੜਾ ਹੈਗੇ ਗਾਣਾ ਅਸੀਂ ਚੀਜ਼ਾਂ ਦੇਖਣੀਆਂ, ਉਹਨਾਂ ਦਾ ਇੱਕ ਨਿਚੋੜ ਜਿਹਾ ਆ ਜਿਹੜਾ ਸਭ ਤੋਂ ਪਹਿਲਾਂ ਆਇਆ। ਆਓ ਅਸੀਂ ਉਸ ਨੂੰ ਦੇਖੀਏ। 11 ਤੋਂ ਲੈ ਕੇ ਇਸ ਨੂੰ ਖਤਮ ਕਰ ਦਿਓ। ਇਜ਼ਰਾਈਲੀਆਂ ਦਾ ਪਰਾਏ ਦੇਵਤਿਆਂ ਦੀ ਪੂਜਾ ਕਰਨਾ। ਸੋ ਇਜ਼ਰਾਈਲੀ ਲੋਕਾਂ ਨੇ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਅਤੇ ਉਹ ਬਵਾਲ ਦੇਵਤਿਆਂ ਦੀ ਪੂਜਾ ਕਰਨ ਲੱਗ ਗਏ। ਉਹ ਆਪਣੇ ਪੁਰਖਿਆਂ ਦੇ ਪ੍ਰਭੂ ਪਰਮੇਸ਼ਵਰ ਨੂੰ ਭੁੱਲ ਗਏ ਜੋ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਕੇ ਲਿਆਇਆ ਸੀ।
ਉਹ ਉਹਨਾਂ ਲੋਕਾਂ ਦੇ ਪਰਾਏ ਦੇਵਤਿਆਂ ਦੇ ਪਿੱਛੇ ਲੱਗ ਤੁਰੇ ਅਤੇ ਉਹਨਾਂ ਦੀ ਪੂਜਾ ਕਰਨ ਲੱਗੇ ਜੋ ਉਹਨਾਂ ਦੇ ਚਾਰੇ ਪਾਸੇ ਰਹਿੰਦੇ ਸਨ। ਇਸ ਤਰ੍ਹਾਂ ਉਹਨਾਂ ਪ੍ਰਭੂ ਦਾ ਗੁੱਸਾ ਭੜਕਾਇਆ, ਸੋ ਪ੍ਰਭੂ ਨੂੰ ਛੱਡ ਕੇ ਬਾਲ ਅਤੇ ਅਸ਼ਤਰੋਥ ਦੇਵਤਿਆਂ ਦੀ ਪੂਜਾ ਕਰਨ ਲੱਗੇ। ਇਸ ਲਈ ਪ੍ਰਭੂ ਦਾ ਕ੍ਰੋਧ ਉਹਨਾਂ ਦੇ ਵਿਰੁੱਧ ਭੜਕਿਆ ਤੇ ਉਸਨੇ ਉਹਨਾਂ ਨੂੰ ਲੁਟੇਰਿਆਂ ਦੇ ਹੱਥੀਂ ਸੌਂਪ ਦਿੱਤਾ, ਜਿਨ੍ਹਾਂ ਦਾ ਉਹ ਹੁਣ ਟਾਕਰਾ ਨਹੀਂ ਕਰ ਸਕਦੇ ਸਨ। ਸੋ ਇਜ਼ਰਾਈਲੀ ਜਦੋਂ ਵੀ ਆਪਣੇ ਕਿਸੇ ਵੈਰੀ ਦੇ ਵਿਰੁੱਧ ਲੜਨ ਲਈ ਨਿਕਲਦੇ, ਪ੍ਰਭੂ ਆਪਣੀ ਦਿੱਤੀ ਚੇਤਾਵਨੀ ਅਤੇ ਪ੍ਰਤਿਗਿਆ ਅਨੁਸਾਰ ਉਹਨਾਂ ਦਾ ਬੁਰਾ ਹੀ ਕਰਦਾ। ਉਹ ਇਸ ਤਰ੍ਹਾਂ ਬਹੁਤ ਦੁਖੀ ਹੋ ਗਏ, ਪਰ ਪ੍ਰਭੂ ਨੇ ਉਹਨਾਂ ਨੂੰ ਨਿਆਂ ਕਰਨ ਲਈ ਸਰਦਾਰ ਦਿੱਤੇ ਜੋ ਉਹਨਾਂ ਨੂੰ ਲੁਟੇਰਿਆਂ ਦੇ ਹੱਥੋਂ ਬਚਾਉਂਦੇ ਸਨ। ਪਰ ਇਜ਼ਰਾਈਲੀ ਆਪਣੇ ਇਹਨਾਂ ਸਰਦਾਰਾਂ ਦੀ ਵੀ ਨਹੀਂ ਸੁਣਦੇ ਸਨ। ਉਹਨਾਂ ਦੇ ਪੁਰਖੇ ਪ੍ਰਭੂ ਦੇ ਪਿੱਛੇ ਚੱਲਦੇ ਅਤੇ ਉਸ ਦੀ ਆਗਿਆਵਾਂ ਮੰਨਦੇ ਸਨ, ਪਰ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਪਰਾਏ ਦੇਵਤਿਆਂ ਦੇ ਪਿੱਛੇ ਚੱਲ ਕੇ ਉਹਨਾਂ ਦੀ ਪੂਜਾ ਕਰਕੇ ਵਿਚਾਰ ਕਰਨ ਲੱਗੇ। ਉਹਨਾਂ ਦੇ ਕਰਹਾਉਣ ਦੀ ਆਵਾਜ਼ ਸੁਣ ਕੇ ਪ੍ਰਭੂ ਉਹਨਾਂ ਨੂੰ ਸਰਦਾਰ ਦਿੰਦਾ ਸੀ, ਜਿਸ ਦੇ ਨਾਲ ਉਹ ਆਪ ਰਹਿੰਦਾ ਸੀ, ਅਤੇ ਉਹ ਉਹਨਾਂ ਨੂੰ ਵੈਰੀਆਂ ਦੇ ਹੱਥੋਂ ਬਚਾਉਂਦਾ ਸੀ। ਪਰ ਜਦੋਂ ਉਹ ਸਰਦਾਰ ਮਰ ਜਾਂਦਾ ਤਾਂ ਉਹ ਫਿਰ ਆਪਣੇ ਪਿਓ ਦਾਦਿਆਂ ਤੋਂ ਵੀ ਅਧਿਕ ਪਰਾਏ ਦੇਵਤਿਆਂ ਦੀ ਪੂਜਾ ਕਰਕੇ ਪਾਪ ਕਰਦੇ ਸਨ। ਉਹ ਆਪਣੀ ਨਾ ਕਿਸੇ ਬੁਰੀ ਆਦਤ ਨੂੰ ਛੱਡਦੇ ਅਤੇ ਨਾ ਆਪਣਾ ਜਿੱਦੀਪਣਾ ਛੱਡਦੇ ਸਨ। ਇਸ ਲਈ ਪ੍ਰਭੂ ਦਾ ਗੁੱਸਾ ਇਜ਼ਰਾਈਲੀਆਂ ਦੇ ਵਿਰੁੱਧ ਭੜਕਿਆ ਅਤੇ ਉਸਨੇ ਕਿਹਾ, ਇਹਨਾਂ ਲੋਕਾਂ ਨੇ ਉਹ ਨਿਯਮ ਤੋੜ ਦਿੱਤਾ ਜੋ ਮੈਂ ਇਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ। ਇਹਨਾਂ ਨੇ ਮੇਰੀ ਆਵਾਜ਼ ਸੁਣਨ ਤੋਂ ਇਨਕਾਰ ਕੀਤਾ ਹੈ, ਇਸ ਲਈ ਮੈਂ ਵੀ ਉਹਨਾਂ ਦੇ ਸਾਹਮਣੇ ਕਿਸੇ ਕੌਮ ਨੂੰ ਨਹੀਂ ਕੱਢਾਂਗਾ ਜੋ ਯਹੋਸ਼ਿਆ ਆਪਣੀ ਮੌਤ ਦੇ ਪਿੱਛੇ ਛੱਡ ਗਿਆ ਹੈ। ਮੈਂ ਇਸ ਤਰ੍ਹਾਂ ਇਹਨਾਂ ਲੋਕਾਂ ਦੀ ਪ੍ਰੀਖਿਆ ਲਵਾਂਗਾ ਕਿ ਇਹ ਲੋਕ ਆਪਣੇ ਪੁਰਖਿਆਂ ਦੇ ਵਾਂਗ ਮੇਰੇ ਪਿੱਛੇ ਚੱਲਦੇ ਹਨ ਜਾਂ ਨਹੀਂ। ਸੋ ਪ੍ਰਭੂ ਨੇ ਉਹਨਾਂ ਕੌਮਾਂ ਨੂੰ ਇਜ਼ਰਾਈਲੀਆਂ ਦੇ ਅੱਗੋਂ ਨਾ ਕੱਢਿਆ ਜੋ ਉਸਨੇ ਯਹੋਸ਼ਿਆ ਦੇ ਅਧਿਕਾਰ ਵਿੱਚ ਦਿੱਤੀਆਂ ਸਨ। ਸੋ ਬੇਸਿਕਲੀ ਇਹ ਨਿਚੋੜ ਆ ਜਿਹੜਾ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਸੋ ਹੁਣ ਆਪਾਂ ਤੀਸਰੇ ਚੈਪਟਰ ਦੇ ਵਿੱਚ ਆ ਗਏ ਹਾਂ। ਤੀਸਰੇ ਚੈਪਟਰ ਦੇ ਵਿੱਚ ਅਸੀਂ ਇੱਕ ਵਾਰ ਫਿਰ ਦੇਖਾਂਗੇ ਕਿ ਹੁਣ ਜਿਹੜਾ ਸਮੇਂ ਦੀ ਸ਼ੁਰੂਆਤ ਹੋਈ ਆ, ਔਰ ਅਸੀਂ ਆਓ ਪਹਿਲਾਂ ਅਸੀਂ ਇਸ ਨੂੰ ਪੜ੍ਹੀਏ 1 ਤੋਂ ਲੈ ਕੇ 6 ਆਇਤ ਤੱਕ ਪਹਿਲਾਂ ਪੜ੍ਹੀਏ, ਔਰ ਫਿਰ ਅਸੀਂ ਅੱਗੇ ਵਧਾਂਗੇ, ਕਿਉਂਕਿ ਅੱਜ ਫਿਰ ਅਸੀਂ ਤੀਸਰੇ ਚੈਪਟਰ ਦੇ ਵਿੱਚ ਜਾ ਕੇ ਅਸੀਂ ਦੇਖਾਂਗੇ ਕਿ ਕੀ ਕੁਛ ਹੋ ਰਿਹਾ ਔਰ ਕਿੱਦਾਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਸੋ ਆਓ ਤੀਸਰਾ ਭਾਗ ਉਸ ਦੀ 1 ਤੋਂ ਲੈ ਕੇ 6 ਆਇਤ ਤੱਕ। ਮੈਂ ਪੜ੍ਹਦਾ ਮਾਸਟਰ ਜੀ। ਜੀ ਮੇਰੀ ਭੈਣ। ਹਾਂਜੀ। ਧਰਤੀ ਉੱਤੇ ਪਿੱਛੇ ਰਹਿ ਗਈਆਂ ਕੌਮਾਂ। ਪ੍ਰਭੂ ਨੇ ਕੁਝ ਪਰਾਈਆਂ ਕੌਮਾਂ ਨੂੰ ਇਜ਼ਰਾਈਲੀ ਧਰਤੀ ਉੱਤੇ ਰਹਿਣ ਦਿੱਤਾ ਕਿ ਉਹ ਉਹਨਾਂ ਇਜ਼ਰਾਈਲੀਆਂ ਨੂੰ ਪਰਖੇ ਜਿਨ੍ਹਾਂ ਨੂੰ ਕਨਾਨ ਦੀਆਂ ਲੜਾਈਆਂ ਦੀ ਕੋਈ ਜਾਣਕਾਰੀ ਨਹੀਂ ਸੀ। ਸੋ ਇਹਨਾਂ ਕੌਮਾਂ ਨੂੰ ਪਿੱਛੇ ਰੱਖਣ ਦਾ ਉਦੇਸ਼ ਸੀ ਕਿ ਪ੍ਰਭੂ ਹਰ ਪੀੜ੍ਹੀ ਦੇ ਲੋਕਾਂ ਨੂੰ ਲੜਾਈ ਬਾਰੇ ਸਿਖਾਵੇ ਜੋ ਇਸ ਬਾਰੇ ਕੁਝ ਨਹੀਂ ਜਾਣਦੇ ਸਨ। ਪਿੱਛੇ ਰਹੀਆਂ ਪਰਾਈਆਂ ਕੌਮਾਂ ਇਹ ਸਨ: ਫਿਲਿਸਤੀਆਂ ਦੇ 5 ਸਰਦਾਰ, ਸਾਰੇ ਕਨਾਨੀ, ਸਿਦੋਨੀ, ਹਿੱਵੀ। ਇਹ ਸਭ ਲਬਨਾਨ ਦੇ ਪਹਾੜੀ ਇਲਾਕੇ ਵਿਚਲੇ ਬਾਲ ਹਰਮੋਨ ਦੇ ਪਹਾੜ ਤੋਂ ਲੈ ਕੇ ਹਮਾਮ ਦੇ ਰਾਹ ਤੱਕ ਦੇ ਇਲਾਕੇ ਵਿੱਚ ਰਹਿੰਦੇ ਸਨ। ਇਹ ਲੋਕ ਇਜ਼ਰਾਈਲ ਦੇ ਲਈ ਇੱਕ ਪ੍ਰੀਖਿਆ ਸੀ ਕਿ ਉਹ ਮੂਸਾ ਦੁਆਰਾ ਉਹਨਾਂ ਦੇ ਪੁਰਖਿਆਂ ਨੂੰ ਪ੍ਰਭੂ ਦੀਆਂ ਮਿਲੀਆਂ ਆਗਿਆਵਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਸੋ ਜਦ ਇਜ਼ਰਾਈਲੀ ਲੋਕ ਇਹਨਾਂ ਕੌਮਾਂ ਦੇ ਵਿਚਕਾਰ ਰਹਿੰਦੇ ਸਨ, ਕਨਾਨੀ, ਹਿੱਤੀ, ਅਮੋਰੀ, ਫਰਿੱਜੀ, ਹਿੱਵੀ ਅਤੇ ਜਬੂਸੀ ਉਹਨਾਂ ਦੇ ਧੀਆਂ ਪੁੱਤਾਂ ਨਾਲ ਆਪਣੇ ਪੁੱਤ ਧੀਆਂ ਦੇ ਵਿਆਹ ਸ਼ਾਦੀਆਂ ਕਰਦੇ ਸਨ। ਆਮੀਨ। ਸੋ ਉਹ ਉਸ ਰਸਤੇ ਤੇ ਚੱਲ ਪਏ। ਤਾਂ ਹੁਣ ਅਸੀਂ ਪਹਿਲਾ ਜਿਹੜਾ ਨਿਆਈ ਆ ਉਸ ਨੂੰ ਆਉਂਦਾ ਦੇਖਣਾ। ਨਾਓ ਇੱਕ ਚੀਜ਼ ਜਿਹੜੀ ਇੱਥੇ ਕਹਿਣਾ ਕਿ ਇਜ਼ਰਾਈਲੀ ਲੋਕ, ਇਹਦਾ ਮਤਲਬ ਇਹ ਨਹੀਂ ਕਿ ਸਾਰੇ ਦਾ ਸਾਰੇ ਇਜ਼ਰਾਈਲੀ ਲੋਕ। ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਸਾਰੇ ਦੇ ਸਾਰੇ ਇਜ਼ਰਾਈਲੀ ਲੋਕ। ਸੋ ਹੁਣ ਜਿਸ ਵੇਲੇ ਅਸੀਂ ਮੈਪ ਦੇ ਵਿੱਚ ਦੇਖਣਾ ਹੈਗਾ ਤੇ ਅਸੀਂ ਸਾਰੇ ਕਬੀਲੇ ਜਿਹੜੇ ਆ ਉਹਨਾਂ ਨੂੰ ਵਸਦੇ ਦੇਖਦੇ ਪਏ ਆ ਕਿ ਯਹੂਦਾ ਤੇ ਸਿਮਿਓਨ ਨੂੰ ਆਹ ਮਿਲੀ ਆ, ਰਬੌਨ ਦੀ ਧਰਤੀ ਨੂੰ ਆਹ ਮਿਲੀ ਆ। ਜਿਹੜੇ ਉਹਨਾਂ ਦੇ ਗੁਆਂਢੀ ਜਿਹੜੇ ਹੈਗੇ ਆ ਦੁਸ਼ਮਣ, ਉਹ ਇੱਧਰ ਆ। ਇੱਧਰ ਇਹਨਾਂ ਦੇ ਸਦੋਮੀ ਆ, ਕਨਾਨੀ ਆ, ਇੱਧਰਲੇ ਪਾਸੇ ਬਸਿਓ, ਅਮਲੇਕੀ ਇੱਧਰਲੇ ਪਾਸੇ ਬਸਿਓ ਆ। ਸੋ ਪ੍ਰਭੂ ਨੇ ਇਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਰਹਿਣ ਦਿੱਤਾ। ਅਰਮੇਨੀਅਨ ਸਾਰੇ ਇੱਧਰਲੇ ਪਾਸੇ ਬਸਿਓ ਆ, ਔਰ ਅਮੋਨੀ ਇੱਧਰਲੇ ਪਾਸੇ ਬਸਿਓ। ਔਰ ਜਿਹੜੇ ਅਸੀਂ ਕੁਛ ਇੱਕ ਰਾਜੇ ਅਸੀਂ ਐਸੇ ਪੜ੍ਹਨੇ ਆ ਜਿਨ੍ਹਾਂ ਨੇ ਇੱਥੋਂ ਉੱਪਰੋਂ ਦੀ ਜਾ ਕੇ ਬੇਸਿਕਲੀ ਤੁਸੀਂ ਇਹ ਕਹਿ ਲਓ ਕਿ ਈਰਾਨ ਇਰਾਕ ਦੇ ਵੱਲੋਂ ਵੀ ਆ ਕੇ ਇਹਨਾਂ ਦੇ ਉੱਤੇ ਹੱਲੇ ਬੋਲਣੇ ਆ। ਸੋ ਹੁਣ ਜਿਸ ਵੇਲੇ ਅਸੀਂ ਪਹਿਲੇ ਨਿਆਈ ਨੂੰ ਪੜ੍ਹਨਾ ਹੈਗਾ ਤੇ ਉਸ ਵੇਲੇ ਇਸ ਇਲਾਕੇ ਦੇ ਜਿਹੜੇ ਲੋਕ ਆ ਉਹ ਪਾਪ ਦੇ ਵਿੱਚ ਡਿੱਗੇ ਆ। ਠੀਕ। ਸੋ ਅਸੀਂ ਦੇਖਣਾ ਹੈਗਾ ਕਿ ਉਸ ਵੇਲੇ ਯਹੂਦਾ ਦੇ ਵਿੱਚੋਂ
ਲੈਟ ਮੀ ਸੀ, ਅਗਰ ਅਸੀਂ ਸਾਰੇ ਜਿੰਨੇ ਵੀ ਜਿਹੜੇ ਜੱਜਸ ਹੁਣ ਅਸੀਂ ਪੜ੍ਹਨੇ ਆ, ਜਿਹੜੇ ਪ੍ਰਭੂ ਨੇ ਇਹਨਾਂ ਦੇ ਵਿੱਚੋਂ ਆਪਣੇ ਲੋਕ ਉਠਾਲਣੇ ਆ, ਤੇ ਜਿਹਦੇ ਲਈ ਅਸੀਂ ਉਹਨਾਂ ਨੂੰ ਦੇਖਣਾ ਹੈਗਾ, ਤੇ ਅਸੀਂ ਦੇਖਦੇ ਹਾਂ ਕਿ ਅਥਾਨੀਅਲ ਨੂੰ ਪ੍ਰਭੂ ਨੇ ਇੱਥੋਂ ਉਠਾਲਿਆ ਸੀ, ਔਰ ਉਸ ਵੇਲੇ ਪਿੱਛੋਂ ਇਸ ਇਲਾਕੇ ਦੇ ਵਿੱਚੋਂ ਧਰਤੀ ਤੇ ਲੋਕ ਆ ਕੇ ਉਹਨਾਂ ਨੇ ਹਮਲਾ ਕੀਤਾ ਸੀ। ਸੋ ਅਥਾਨੀਅਲ ਨੇ ਆਪਣੇ ਨਾਲ ਇਹਨਾਂ ਲੋਕਾਂ ਨੂੰ ਲੈ ਕੇ ਉਹ ਜੰਗ ਕੀਤੀ ਸੀ। ਇਸੇ ਤਰ੍ਹਾਂ ਅਸੀਂ ਇਸ ਜ਼ਬਾਨ ਨੂੰ ਗਾਂਹ ਜਾ ਕੇ ਦੇਖਣਾ, ਜੱਜਸ ਦੇ 12 ਦੇ ਵਿੱਚ ਸੈਮਸਨ ਨੂੰ ਦੇਖਣਾ ਹੈਗਾ, ਜੱਜਸ ਦੇ 13 ਤੋਂ 16 ਚੈਪਟਰ ਦੇ ਵਿੱਚ ਇਹੂਦ ਨੂੰ ਦੇਖਣਾ, ਜਿਹੜਾ ਦੂਸਰਾ ਜੱਜ ਹੋਇਆ, ਉਹ ਜਿਹੜਾ ਸੀਗਾ ਉਹ ਬੇਸਿਕਲੀ ਮਨੱਸੇ ਦੇ ਵਿੱਚੋਂ ਸੀਗਾ, ਮਨੱਸੇ ਦੇ ਕਬੀਲੇ ਦੇ ਵਿੱਚੋਂ ਸੀਗਾ। ਇਸੇ ਤਰ੍ਹਾਂ ਅਫਰੀਮ ਦੇ ਕਬੀਲੇ ਦੇ ਵਿੱਚੋਂ ਜੱਜ ਹੋਇਆ। ਫਿਰ ਅਸੀਂ ਗਾਂਹ ਦੇਖਣਾ ਹੈਗਾ ਕਿ ਸਭ ਤੋਂ ਜ਼ਿਆਦਾ ਬੇਸਿਕਲੀ ਜਿਹੜੇ ਜੱਜ ਹੋਏ ਹੈਗੇ ਆ ਉਹ ਅਸੀਂ ਦੇਖਣਾ ਹੈਗਾ ਕਿ ਉਹ ਮਨੱਸੇ ਦੇ ਕਬੀਲੇ ਤੇ ਜੋ ਸਭ ਤੋਂ ਵੱਡਾ ਕਬੀਲਾ ਸੀ ਉਹਨਾਂ ਦੇ ਵਿੱਚੋਂ ਹੋਇਆ। ਅਸੀਂ ਰੈਬੋਨ ਦੇ ਕਬੀਲੇ ਦੇ ਵਿੱਚੋਂ ਕੋਈ ਜੱਜ ਨਹੀਂ ਦੇਖਦੇ ਪਏ, ਔਰ ਇਸੇ ਤਰ੍ਹਾਂ ਅਸੀਂ ਗਾਦ ਦੇ ਕਬੀਲੇ ਦੇ ਵਿੱਚੋਂ ਨਹੀਂ ਦੇਖਦੇ ਪਏ, ਲੇਕਿਨ ਅਸੀਂ ਦੇਖਦੇ ਪਏ ਹਾਂ ਕਿ ਇੱਥੇ ਸ਼ਮਗਾਰ ਦੇ ਵਿੱਚੋਂ, ਅਲੋਨ ਦੇ ਵਿੱਚੋਂ, ਜ਼ੈਬਲੂਨ ਦੇ ਕਬੀਲੇ ਦੇ ਵਿੱਚੋਂ। ਸੋ ਜਿਸ ਵੇਲੇ ਇਹ ਲੋਕ ਪਾਪ ਦੇ ਵਿੱਚ ਡਿੱਗਦੇ ਪਏ, ਇਹਦਾ ਮਤਲਬ ਕਿ ਉਹ ਜਿਹੜੇ ਰਾਜੇ ਉਹ ਇਧਰੋਂ ਪ੍ਰਭੂ ਘੱਲਦਾ ਪਿਆ। ਸੋ ਉਸ ਵੇਲੇ ਇਹ ਲੋਕ ਜਿਹੜੇ ਆ ਇਹ ਉਸ ਸਮੇਂ ਦੇ ਵਿੱਚ ਜਾਂਦੇ ਪਏ, ਔਰ ਜਿਸ ਵੇਲੇ ਅਸੀਂ ਕਰਨੋਲੋਜੀ ਦੇਖਦੇ ਹਾਂ, ਸਮੇਂ ਦੀ ਕਰਨੋਲੋਜੀ ਦੇਖਦੇ ਹਾਂ, ਤੇ ਅਸੀਂ ਈਵਨ ਜਿਹੜੇ ਜੱਜਸ ਆ ਉਹਨਾਂ ਨੂੰ ਓਵਰਲੈਪ ਵੀ ਹੁੰਦਾ ਦੇਖਦੇ ਪਏ ਕਿ ਉਹ ਕਿਸ ਤਰ੍ਹਾਂ ਇਹ ਸਾਰੇ ਸਮੇਂ ਦੇ ਵਿੱਚ, ਜਿਸ ਵੇਲੇ ਇੱਥੇ ਦਬੋਰਾ, ਇੱਧਰ ਗਿਦਿਓਨ ਆ, ਇੱਥੇ ਤੋਲਾ ਆ, ਇੱਥੇ ਜ਼ੇਰ ਆ, ਉਹ ਸਾਰੇ ਜਿਹੜੇ ਜੱਜਸ ਆ ਉਹ ਇਸ ਤਰ੍ਹਾਂ ਆਉਂਦੇ ਪਏ ਆ। ਔਰ ਅਸੀਂ ਕਈ ਜੱਜਸ ਦੇ ਬਾਰੇ ਪੜ੍ਹਦੇ ਹੈਗੇ ਆ, ਜਿਸ ਤਰ੍ਹਾਂ ਕਿ ਅਸੀਂ ਅਥਾਨੀਅਲ, ਇਹੂਦ, ਦਬੋਰਾ, ਇਹਨਾਂ ਦੇ ਬਾਰੇ ਅਸੀਂ ਪਹਿਲਾਂ ਪੜ੍ਹਨਾ ਹੈਗਾ, ਲੇਕਿਨ ਉਸੇ ਸੇਮ ਸਮੇਂ ਦੇ ਵਿੱਚ ਗਿਦਿਓਨ ਵੀ ਸੇਮ ਸਮੇਂ ਦੇ ਵਿੱਚ ਹੋਇਆ, ਠੀਕ, ਸੇਮ ਸਮੇਂ ਦੇ ਵਿੱਚ ਅਬੀਮਲਕ ਵੀ ਹੋਇਆ, ਔਰ ਇਧਰੋਂ ਤੋਲਾ ਅਤੇ ਬਾਕੀ ਦੇ ਇਹ ਵੀ ਉਸ ਸਮੇਂ ਦੇ ਵਿੱਚ ਹੋਇਆ, ਕਿਉਂਕਿ ਇਹ ਸਾਰਾ ਕੁਝ ਸਾਈਮਲਟੇਨੀਅਸਲੀ ਚੱਲਦਾ ਪਿਆ। ਔਰ ਇਹ ਸਾਰਾ ਕੁਝ ਬੇਸਿਕਲੀ ਅਸੀਂ ਦੇਖਣਾ ਹੈਗਾ ਕਿ ਇਹ ਸਾਊਲ ਤੱਕ, ਰਾਜਾ ਸਾਊਲ ਤੱਕ ਇਹ ਸਾਰੀਆਂ ਚੀਜ਼ਾਂ ਹੋਈਆਂ। ਬੇਸਿਕਲੀ 300 ਸਾਲ ਦਾ ਸਮਾਂ ਇਹ ਜਿਹੜਾ ਸੀਗਾ ਇਹ ਜੱਜਸ ਦਾ ਸਮਾਂ ਸੀ। ਸੋ ਇਹ ਸਾਰੇ ਅਸੀਂ ਸਾਰੀਆਂ ਜਿਸ ਲਈ ਇਹਨਾਂ ਚੀਜ਼ਾਂ ਨੂੰ ਦੇਖਣਾ ਹੈਗਾ, ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਦਾ ਸਾਰਾ ਇਜ਼ਰਾਈਲੀ ਪਾਪ ਦੇ ਵਿੱਚ ਡਿੱਗ ਗਿਆ, ਨਹੀਂ, ਉਹ ਜਿਹੜੀਆਂ ਦੋ ਜਾਂ ਇੱਕ ਟ੍ਰਾਈਬਸ ਆ ਲਾਗੇ ਅਸੀਂ ਉਹਨਾਂ ਨੂੰ ਦੇਖਦੇ ਪਏ ਹਾਂ। ਰੈਬੂਨ ਦਾ ਕਬੀਲਾ ਬੇਸਿਕਲੀ ਅਸੀਂ ਦੇਖਣਾ ਹੈਗਾ ਕਿ ਉਹ ਜੱਜਸ ਦੇ ਵਿੱਚ ਖਤਮ ਹੋ ਗਿਆ, ਉਹ ਕਿਉਂਕਿ ਉਸਨੂੰ ਉਸਦੇ ਬਾਪ ਦਾ ਸਰਾਪ ਸੀ, ਔਰ ਉਸਨੇ ਉਹ ਧਰਤੀ ਲੈ ਕੇ ਬਹੁਤ ਭਾਰੀ ਗਲਤੀ ਕੀਤੀ ਸੀ। ਉਸਨੇ ਬੇਸਿਕਲੀ ਮੁਆਬ ਦੇ ਵਿੱਚ ਰਲ ਗਏ ਸੀ। ਅਸੀਂ ਉਹਨਾਂ ਬਾਰੇ ਬਹੁਤਾ ਨਹੀਂ ਪੜ੍ਹਨਾ, ਰੈਬੂਨ ਦੇ ਕਬੀਲੇ ਦੇ ਬਾਰੇ ਅਸੀਂ ਬਹੁਤਾ ਜ਼ਿਆਦਾ ਨਹੀਂ ਪੜ੍ਹਨਾ ਹੈਗਾ। ਇਹਦਾ ਮਤਲਬ ਹੈ ਕਿ ਉਹ ਕੁਛ ਦੌੜ ਕੇ ਜਿਹੜੇ ਦੂਜੇ ਪਾਸੇ ਚਲੇ ਗਏ, ਅਸੀਂ ਪੜ੍ਹਨਾ ਰੈਬੂਨ ਦੇ ਲੋਕਾਂ ਦੇ ਬਾਰੇ ਤਾਂ ਜ਼ਰੂਰ ਪੜ੍ਹਨਾ, ਲੇਕਿਨ ਜਿਹੜੇ ਦੂਜੇ ਦੌੜ ਕੇ ਦੂਜੇ ਪਾਸੇ ਪਹੁੰਚ ਗਏ ਹੈਗੇ ਆ, ਅਸੀਂ ਉਹ ਹੀ ਥੋੜੇ ਜਿਹੇ ਲੋਕ ਆ ਜਿਹੜੇ ਉਹਨਾਂ ਦੇ ਵਿੱਚੋਂ ਬਚਣੇ। ਸੋ ਅਸੀਂ ਹੁਣ ਸਭ ਤੋਂ ਪਹਿਲਾਂ ਅਥਾਨੀਅਲ ਜਿਹੜਾ ਯਹੂਦਾ ਦੇ ਕਬੀਲੇ ਦੇ ਵਿੱਚ ਹੋਇਆ, ਅਸੀਂ ਹੁਣ ਉਸ ਦੇ ਬਾਰੇ ਸਭ ਤੋਂ ਪਹਿਲਾਂ ਪੜ੍ਹਨਾ। ਸੋ ਆਓ ਹੁਣ ਅਸੀਂ ਇਸ ਦੀ 7 ਆਇਤ ਤੋਂ ਲੈ ਕੇ ਤੇ ਇਸ ਦੀ 11 ਆਇਤ ਤੱਕ ਦੇਖਾਂ। ਨਹੀਂ ਪੜ੍ਹਦੇ? ਅਥਾਨੀਅਲ। ਤਦ ਇਜ਼ਰਾਈਲੀ ਲੋਕਾਂ ਨੇ ਆਪਣੇ ਪ੍ਰਭੂ ਦਾ ਵਿਸ਼ਵਾਸਘਾਤ ਕਰਕੇ ਪਰਾਏ ਦੇਵਤਿਆਂ ਬਾਲ ਅਤੇ ਅਸਿਰਾ ਦੀ ਪੂਜਾ ਕੀਤੀ। ਇਸ ਲਈ ਪ੍ਰਭੂ ਦਾ ਕ੍ਰੋਧ ਭੜ ਗਿਆ ਅਤੇ ਉਸਨੇ ਉਹਨਾਂ ਨੂੰ ਮੈਸੋਪੋਟਾਮੀਆ ਦੇ ਰਾਜਾ ਕੂਸ਼ਨ ਰਿਸ਼ਾਤੈਮ ਦੇ ਹੱਥੀਂ ਸੌਂਪ ਦਿੱਤਾ। ਇਜ਼ਰਾਈਲੀ ਉਸ ਰਾਜਾ ਦੀ 4 ਸਾਲਾਂ ਤੱਕ ਸੇਵਾ ਕਰਦੇ ਰਹੇ। ਫਿਰ ਇਜ਼ਰਾਈਲੀਆਂ ਨੇ ਆਪਣੇ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ ਤਾਂ ਉਸਨੇ ਉਹਨਾਂ ਨੂੰ ਇੱਕ ਬਚਾਉਣ ਵਾਲਾ ਦਿੱਤਾ। ਇਹ ਬਚਾਉਣ ਵਾਲਾ ਅਥਾਨੀਅਲ ਸੀ, ਜੋ ਕਲੇਬ ਦੇ ਛੋਟੇ ਭਰਾ ਕਨਜ ਦਾ ਪੁੱਤਰ ਸੀ। ਪ੍ਰਭੂ ਦਾ ਆਤਮਾ ਅਥਾਨੀਅਲ ਉੱਤੇ ਆਇਆ ਅਤੇ ਉਹ ਇਸਰਾਏਲੀਆਂ ਦਾ ਨਿਆਂ ਪ੍ਰਬੰਧਕ ਬਣ ਗਿਆ। ਉਸਨੇ ਮੋਸੋਪੋਟਾਮੀਆ ਦੇ ਰਾਜੇ ਕੂਸ਼ਨ ਰਿਸ਼ਤੋਮ ਨਾਲ ਲੜਾਈ ਕੀਤੀ ਅਤੇ ਪ੍ਰਭੂ ਨੇ ਉਸ ਨੂੰ ਰਾਜਾ ਕੂਸ਼ਨ ਰਿਸ਼ਤੋਮ ਉੱਤੇ ਜਿੱਤ ਦਿੱਤੀ। ਤਦ ਇਜ਼ਰਾਈਲੀਆਂ ਦੀ ਧਰਤੀ ਉੱਤੇ 40 ਸਾਲਾਂ ਤੱਕ ਸ਼ਾਂਤੀ ਰਹੀ ਅਤੇ ਅਥਾਨੀਅਲ ਮਰ ਗਿਆ। ਆਮੀਨ। ਹੁਣ ਇੱਥੋਂ ਸ਼ੁਰੂ ਹੁੰਦੀ ਹੈ ਜੀ ਰੂਥ ਦੀ ਪੁਸਤਕ। ਰੂਥ ਦੀ ਜਿਹੜੀ ਪੁਸਤਕ ਆ ਉਹ ਇੱਥੋਂ ਸ਼ੁਰੂ ਹੁੰਦੀ ਆ, ਕਿਉਂਕਿ ਇੱਥੇ ਬੋਆਜ਼ ਦੀ ਜਿਹੜੀ ਉਮਰ ਆ ਉਹ ਬੇਸਿਕਲੀ
ਅਰਾਊਂਡ 40-45 ਸਾਲ ਦੇ। ਸੋ ਰੂਥ ਦਾ ਇੱਥੋਂ ਅਸੀਂ ਜਿਹੜਾ ਪਹਿਲਾ ਚੈਪਟਰ ਆ ਉਸਨੂੰ ਦੇਖਣਾ, ਔਰ ਫਿਰ ਅਸੀਂ ਜਿਸ ਵੇਲੇ ਇਹੂਦ ਦੇ ਬਾਰੇ ਅਸੀਂ ਪੜ੍ਹਨਾ ਹੈਗਾ, ਤੀਸਰੇ ਚੈਪਟਰ ਨੂੰ ਜਦੋਂ ਅਸੀਂ ਖਤਮ ਕਰਨਾ, ਤੇ ਅਸੀਂ ਤੀਸਰੇ ਚੈਪਟਰ ਨੂੰ ਖਤਮ ਕਰਕੇ ਜਿਹੜੀ ਬਾਕੀ ਦੀ ਰੂਥ ਦੀ ਸਟੋਰੀ ਆ ਫਿਰ ਅਸੀਂ ਉਸਨੂੰ ਪੜ੍ਹਨਾ। ਸੋ ਦੋ ਤਰ੍ਹਾਂ ਕਰ ਸਕਦੇ ਹਾਂ, ਇੱਕ ਤਾਂ ਜਾਂ ਅਸੀਂ ਸਾਰਾ ਪੜ੍ਹ ਲਈਏ ਤੇ ਫਿਰ ਤੀਸਰੇ ਚੈਪਟਰ ਤੋਂ ਚੌਥੇ ਚੈਪਟਰ ਤੋਂ ਪਹਿਲਾਂ ਰੂਥ ਦੀ ਸਾਰੀ ਪੁਸਤਕ ਪੜ੍ਹ ਲਾਂਗੇ, ਕਿਉਂਕਿ ਰੂਥ ਦੀ ਪੁਸਤਕ ਇੱਥੇ ਆਉਂਦੀ ਆ, ਇਸ ਜਗ੍ਹਾ ਤੇ ਰੂਥ ਦੀ ਪੁਸਤਕ ਆਉਂਦੀ ਹੈ। ਸੋ ਆਓ ਅਸੀਂ, ਹਾਂਜੀ ਬ੍ਰਦਰ ਜੀ। ਮੈਂ ਪੜ੍ਹ ਦਿੰਦਾ ਜੀ। ਅੱਛਾ, ਤੁਸੀਂ ਫਿਰ ਏਦਾਂ ਕਰੋ, ਤੁਸੀਂ ਹੁਣ ਜਿਹੜਾ ਰਹਿੰਦਾ ਬਾਕੀ ਦਾ ਇਹ ਚੈਪਟਰ 12 ਆਇਤ ਤੋਂ ਲੈ ਕੇ ਇਸਨੂੰ ਖਤਮ ਕਰ ਦਿਓ। ਠੀਕ ਹੈ ਜੀ। ਸਾਰਿਆਂ ਨੂੰ ਜੈ ਮਸੀਹ ਦੀ। ਜੈ ਮਸੀਹ। ਇਹੂਦ ਤਦ ਇਸਰਾਏਲੀ ਲੋਕਾਂ ਨੇ ਫਿਰ ਪ੍ਰਭੂ ਦੇ ਵਿਰੁੱਧ ਪਾਪ ਕੀਤਾ। ਉਸਨੇ ਮੁਆਬ ਦੇ ਰਾਜਾ ਅਗਲੋਨ ਨੂੰ ਇਸਰਾਏਲੀ ਲੋਕਾਂ ਤੋਂ ਸ਼ਕਤੀਸ਼ਾਲੀ ਬਣਾ ਦਿੱਤਾ। ਅਗਲੋਨ ਨੇ ਅਮੋਨੀ ਅਤੇ ਅਮਾਲੇਕੀ ਲੋਕਾਂ ਨੂੰ ਆਪਣੇ ਨਾਲ ਮਿਲਾ ਕੇ ਇਸਰਾਏਲੀ ਲੋਕਾਂ ਉੱਤੇ ਚੜ੍ਹਾਈ ਕੀਤੀ ਅਤੇ ਖੰਜੂਰਾਂ ਦਾ ਸ਼ਹਿਰ ਅਰਥਾਤ ਯਰੀਹੋ ਉਹਨਾਂ ਤੋਂ ਖੋਹ ਲਿਆ। ਇਸਰਾਏਲੀ ਲੋਕ ਅਗਲੋਨ ਦੀ 14 ਸਾਲ ਤੱਕ ਸੇਵਾ ਕਰਦੇ ਰਹੇ। ਇਸਰਾਏਲੀਆਂ ਨੇ ਫਿਰ ਪ੍ਰਭੂ ਅੱਗੇ ਦੁਹਾਈ ਦਿੱਤੀ ਅਤੇ ਉਸਨੇ ਉਹਨਾਂ ਨੂੰ ਇੱਕ ਹੋਰ ਬਚਾਉਣ ਵਾਲਾ ਘੱਲਿਆ, ਜਿਸ ਦਾ ਨਾਂ ਇਹੂਦ ਸੀ। ਇਹੂਦ ਬੈਨਯਾਮੀਨ ਦੇ ਕਬੀਲੇ ਵਿੱਚੋਂ ਸੀ। ਇਸਰਾਏਲੀਆਂ ਨੇ ਇਹੂਦ ਦੇ ਹੱਥੀਂ ਮੁਆਬ ਦੇ ਰਾਜਾ ਲਈ ਇੱਕ ਸੁਗਾਤ ਘੱਲੀ। ਇਹੂਦ ਨੇ ਆਪਣੇ ਲਈ ਇੱਕ 1.5 ਫੁੱਟ 2 ਧਾਰੀ ਕਟਾਰ ਬਣਾਈ ਅਤੇ ਉਸਨੇ ਕੱਪੜੇ ਹੇਠ ਆਪਣੇ ਸੱਜੇ ਪੱਟ ਉੱਤੇ ਬੰਨ੍ਹ ਲਿਆ। ਫਿਰ ਉਹ ਰਾਜਾ ਅਗਲੋਨ ਕੋਲ ਸੁਗਾਤ ਲੈ ਕੇ ਗਿਆ। ਅਗਲੋਨ ਦਾ ਸਰੀਰ ਬਹੁਤ ਮੋਟਾ ਸੀ। ਸੁਗਾਤ ਦੇਣ ਦੇ ਪਿੱਛੋਂ ਇਹੂਦ ਨੇ ਆਪਣੇ ਨਾਲ ਆਏ ਆਦਮੀਆਂ ਨੂੰ ਵਾਪਸ ਆਪਣੇ ਘਰਾਂ ਨੂੰ ਘੱਲ ਦਿੱਤਾ। ਪਰ ਉਹ ਆਪ ਗਿਲਗਾਲ ਦੀ ਪੱਥਰ ਦੀ ਖਾਨ ਕੋਲੋਂ ਵਾਪਸ ਮੁੜ ਕੇ ਰਾਜਾ ਕੋਲ ਆਇਆ ਤੇ ਬੋਲਿਆ, ਹੇ ਮਹਾਰਾਜ, ਮੈਂ ਤੁਹਾਨੂੰ ਇੱਕ ਗੁਪਤ ਸੰਦੇਸ਼ ਦੇਣਾ ਚਾਹੁੰਦਾ ਹਾਂ। ਰਾਜਾ ਨੇ ਆਪਣੇ ਸਭ ਦਾਸਾਂ ਨੂੰ ਕਿਹਾ, ਸਭ ਬਾਹਰ ਚਲੇ ਜਾਵੋ। ਸੋ ਸਭ ਦਾਸ ਬਾਹਰ ਚਲੇ ਗਏ। ਸੋ ਰਾਜਾ ਇਕੱਲਾ ਆਪਣੇ ਉੱਪਰ ਠੰਡੇ ਚੁਬਾਰੇ ਵਿੱਚ ਬੈਠਾ ਹੋਇਆ ਸੀ ਤਾਂ ਇਹੂਦ ਉਸ ਦੇ ਨੇੜੇ ਆ ਕੇ ਬੋਲਿਆ, ਮੇਰੇ ਕੋਲ ਤੇਰੇ ਲਈ ਇੱਕ ਪਰਮੇਸ਼ਰ ਦਾ ਸੰਦੇਸ਼ ਹੈ। ਰਾਜਾ ਇਹ ਸੁਣ ਕੇ ਖੜਾ ਹੋ ਗਿਆ। ਤਦ ਇਹੂਦ ਨੇ ਤੁਰੰਤ ਆਪਣੇ ਖੱਬੇ ਹੱਥ ਨਾਲ ਸੱਜੇ ਪੱਟ ਨਾਲ ਬੰਨੀ ਕਟਾਰ ਕੱਢੀ ਅਤੇ ਰਾਜਾ ਦੇ ਢਿੱਡ ਵਿੱਚ ਖੋਭ ਦਿੱਤੀ। ਫਲ ਦੇ ਨਾਲ ਮੁੱਠ ਵੀ ਅਰਥਾਤ ਪੂਰੀ ਕਟਾਰ ਰਾਜਾ ਦੇ ਢਿੱਡ ਵਿੱਚ ਅੰਦਰ ਚਰਬੀ ਤੱਕ ਚਲੀ ਗਈ ਸੀ। ਇਹੂਦ ਨੇ ਕਟਾਰ ਅੰਦਰ ਹੀ ਰਹਿਣ ਦਿੱਤੀ ਤਾਂ ਢਿੱਡ ਅੰਦਰੋਂ ਗੰਦਗੀ ਬਾਹਰ ਨਿਕਲ ਆਈ। ਇਹੂਦ ਦੇ ਕਰਨ ਦੇ ਪਿੱਛੋਂ ਚੁਬਾਰੇ ਵਿੱਚੋਂ ਬਾਹਰ ਗਿਆ ਅਤੇ ਬਾਹਰੋਂ ਬੂਹਾ ਬੰਦ ਕਰਕੇ ਉਸ ਨੂੰ ਜੰਦਰਾ ਮਾਰ ਦਿੱਤਾ। ਤਦ ਇਹੂਦ ਚਲਾ ਗਿਆ। ਰਾਜਾ ਦੇ ਦਾਸ ਵਾਪਸ ਉੱਪਰ ਆਏ ਅਤੇ ਉਹਨਾਂ ਬੂਹਾ ਬੰਦ ਦੇਖਿਆ ਤਾਂ ਉਹਨਾਂ ਸੋਚਿਆ ਕਿ ਰਾਜਾ ਅੰਦਰ ਆਰਾਮ ਕਰ ਰਿਹਾ ਹੈ। ਉਹਨਾਂ ਨੇ ਕੁਝ ਦੇਰ ਉਡੀਕਿਆ, ਪਰ ਉਹਨਾਂ ਜਦੋਂ ਦੇਖਿਆ ਰਾਜਾ ਬਾਹਰ ਨਹੀਂ ਆ ਰਿਹਾ ਤਾਂ ਉਹ ਚਾਬੀ ਨਾਲ ਜੰਦਰਾ ਖੋਲ ਕੇ ਅੰਦਰ ਗਏ ਅਤੇ ਦੇਖਿਆ ਕਿ ਰਾਜਾ ਮਰਿਆ ਪਿਆ ਹੈ। ਇੰਨੇ ਵਿੱਚ ਇਹੂਦ ਨੱਠ ਕੇ ਖਾਨ ਦੇ ਪੱਥਰ ਕੋਲੋਂ ਹੁੰਦਾ ਹੋਇਆ ਬਚ ਕੇ ਸਈਰਾ ਦੀ ਥਾਂ ਤੇ ਸਹੀ ਸਲਾਮਤ ਪਹੁੰਚ ਗਿਆ ਸੀ। ਉਸਨੇ ਇਫਰਾਇਮ ਦੇ ਪਹਾੜ ਉੱਤੇ ਪਹੁੰਚ ਕੇ ਇੱਕ ਬਿਗਲ ਵਜਾਇਆ ਅਤੇ ਇਸਰਾਏਲੀ ਲੜਾਕੂਆਂ ਨੂੰ ਆਪਣੇ ਕੋਲ ਸੱਦਿਆ। ਫਿਰ ਉਸਨੇ ਉਹਨਾਂ ਦੀ ਅਗਵਾਈ ਕੀਤੀ। ਉਸਨੇ ਉਹਨਾਂ ਨੂੰ ਕਿਹਾ, ਮੇਰੇ ਪਿੱਛੇ ਚੱਲੋ, ਪ੍ਰਭੂ ਨੇ ਤੁਹਾਡੇ ਬੈਰੀਆਂ ਨੂੰ ਤੁਹਾਡੇ ਹੱਥੀਂ ਸੌਂਪ ਦਿੱਤਾ ਹੈ। ਸੋ ਇਸਰਾਏਲੀ ਆਦਮੀ ਇਹੂਦ ਦੇ ਪਿੱਛੇ ਗਏ ਅਤੇ ਉਹਨਾਂ ਮੁਆਬੀਆਂ ਦੀ ਥਾਂ ਘੇਰ ਲਈ। ਉਹਨਾਂ ਇੱਕ ਵੀ ਮੁਆਬੀ ਆਦਮੀ ਨੂੰ ਬਚ ਕੇ ਜਰਦਨ ਦਰਿਆ ਪਾਰ ਨਾ ਕਰਨ ਦਿੱਤਾ। ਉਸ ਦਿਨ ਉਹਨਾਂ ਨੇ ਕੋਈ 10,000 ਮੁਆਬੀ ਫੌਜੀ ਕਤਲ ਕੀਤੇ, ਕਿਸੇ ਨੂੰ ਵੀ ਬਚ ਕੇ ਨਾ ਜਾਣ ਦਿੱਤਾ। ਸੋ ਇਸ ਦਿਨ ਉਹਨਾਂ ਮੁਆਬ ਨੂੰ ਹਰਾਇਆ ਅਤੇ ਉਹਨਾਂ ਦੀ ਧਰਤੀ ਉੱਤੇ ਕੋਈ 80 ਸਾਲਾਂ ਤੱਕ ਸ਼ਾਂਤੀ ਰਹੀ। ਸ਼ਮਗਰ ਇਹੂਦ ਦੇ ਪਿੱਛੋਂ ਅਨਾਥ ਦਾ ਪੁੱਤਰ ਸ਼ਮਗਰ ਇਸਰਾਇਲ ਦਾ ਨਿਆਂ ਪ੍ਰਬੰਧਕ ਬਣਿਆ। ਉਸਨੇ ਪੂਰੇ 600 ਫਲਸਤੀ ਆਦਮੀ ਬਲਦ ਦੀ ਪ੍ਰਾਣ ਨਾਲ ਮਾਰ ਦਿੱਤੇ। ਬੜੇ ਸੋਹਣੇ ਜਾਣਤੇ ਸ਼ੀਸ਼ ਵਰਕ। ਅਸੀਂ ਇਹ ਦੇਖਣਾ ਹੈਗਾ ਕਿ ਉਹਨਾਂ ਨੇ ਜਿਹੜੇ ਇਹ ਜਿੰਨੇ ਵੀ ਹੋਏ ਹੈਗੇ ਆ, ਇਹਨਾਂ ਵਿੱਚੋਂ ਕਈ ਐਸੇ ਹੀ ਹੋਏ ਹੈਗੇ ਆ ਜਿਹੜੇ ਥੋੜੇ ਸਮੇਂ ਦੇ ਲਈ ਹੋਏ ਆ। ਉਹ ਪ੍ਰਭੂ ਨੇ
ਉਹਨਾਂ ਦੀ ਆਵਾਜ਼ ਜਲਦੀ ਸੁਣ ਲਈ। ਕੁਝ ਟ੍ਰਾਈਬਸ ਐਸੀਆਂ ਸੀਗੀਆਂ, ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਅਸੀਂ ਬਹੁਤ ਬੜੀ ਪ੍ਰਭੂ ਦੇ ਸਾਹਮਣੇ ਗਲਤੀ ਕੀਤੀ ਹੈ, ਔਰ ਪ੍ਰਭੂ ਦੇ ਮੂਹਰੇ ਜਾਂਦੇ ਸੀਗੇ, ਔਰ ਪ੍ਰਭੂ ਰਹਿਮ ਕਰ ਦਿੰਦਾ ਸੀ। ਸੋ ਹੁਣ ਇਹ 80 ਸਾਲ ਤੱਕ ਅਸੀਂ ਇਹ ਚੀਜ਼ ਦੇਖਦੇ ਪਏ ਹਾਂ। ਔਰ ਇਸ ਸਾਰੇ ਸਮੇਂ ਦੇ ਵਿੱਚ ਮੁਆਬ ਦੇ ਵਿੱਚ ਕਿਉਂ ਗਏ, ਕਿਉਂ ਮੁਆਬ ਦੇ ਵਿੱਚ ਰੂਥ ਦੇ ਜਿਹੜੇ ਅਸੀਂ ਦੇਖਦੇ ਹੈਗੇ ਆ ਕਿ ਜਿਹੜਾ ਉਸਦੇ ਸਹੁਰਾ ਪਰਿਵਾਰ ਆ ਉਹ ਉੱਥੇ ਕਿਉਂ ਗਏ ਆ, ਠੀਕ। ਲੇਕਿਨ ਇੱਥੇ ਜਿਹੜਾ ਅਸੀਂ ਦੇਖਦੇ ਪਏ ਆ, ਇਹ ਜਿਹੜੀ ਇਹ ਜੰਗ ਹੁੰਦੀ ਪਈ ਆ, ਲੈਟ ਮੀ ਸ਼ੋ ਯੂ ਦਿਸ ਕ੍ਰੋਨੋਲੋਜੀ। ਸੋ ਅਸੀਂ ਦੇਖਦੇ ਪਏ ਆ ਕਿ ਜਿਹੜਾ ਯਹੂਦ ਆ ਉਹ ਬਿਨਯਾਮੀਨ ਦੇ ਕਬੀਲੇ ਦੇ ਵਿੱਚੋਂ ਆ, ਰਾਈਟ। ਸੋ ਇਹ ਜਿਹੜਾ ਇਧਰੋਂ ਗਾਦ ਦੇ ਕਬੀਲੇ ਦੀ ਕਾਫੀ ਜਿਹੜੀ ਧਰਤੀ ਆ ਉਹ ਮੁਆਬੀਆਂ ਨੇ ਨੱਪ ਲਈ ਆ। ਬੇਸਿਕਲੀ ਜਿਹੜੇ ਇੱਥੇ ਰਬੂਨ ਦੇ ਕਬੀਲੇ ਦੇ ਲੋਕ ਆ ਉਹ ਬੇਸਿਕਲੀ ਮੁਆਬੀਆਂ ਦੇ ਵਿੱਚ ਰਲ ਮਿਲ ਗਏ ਆ। ਔਰ ਅਸੀਂ ਆਹ ਜਿਹੜਾ ਇਲਾਕਾ ਹੈਗਾ ਆ, ਇੱਥੋਂ ਅਸੀਂ ਯਹੂਦ ਨੂੰ ਉੱਠਦਾ, ਗਲਗਾਲ ਦੇ ਇਲਾਕੇ ਦੇ ਵਿੱਚੋਂ ਦੀ ਉੱਠਦਾ ਦੇਖਦੇ ਪਏ। ਔਰ ਉਹਨਾਂ ਨੇ ਜਿਹੜੀ ਧਰਤੀ ਹੈਗੀ ਆ, ਇਹ ਜਿਹੜੀ ਆਹ ਜਿਹੜਾ ਇਲਾਕਾ ਆ, ਜੈਰੀਕੋ ਦਾ ਇਲਾਕਾ ਆ, ਇਹ ਇਲਾਕੇ ਦੇ ਵਿੱਚ ਜਿਹੜੇ ਹੈਗੇ ਆ ਉਹ ਮੁਆਬੀ ਲੋਕ ਆ ਗਏ। ਮੁਆਬੀ ਲੋਕਾਂ ਨੇ ਜੈਰੀਕੋ ਦੇ ਇਲਾਕਾ ਜਿਹੜਾ ਬਿਨਯਾਮੀਨ ਦੇ ਕਬੀਲੇ ਨੂੰ ਮਿਲਿਆ, ਉਸ ਇਲਾਕੇ ਦੇ ਵਿੱਚ ਉਹਨਾਂ ਨੇ ਕਬਜ਼ਾ ਕਰ ਲਿਆ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਸਾਰੇ ਇਜ਼ਰਾਈਲ ਤੇ ਕਬਜ਼ਾ ਕਰ ਲਿਆ, ਨਹੀਂ। ਇਸ ਇਲਾਕੇ ਦੇ ਵਿੱਚ ਪਾਪ ਵਧਿਆ। ਪ੍ਰਭੂ ਨੇ ਜਿੱਦਾਂ ਜਿਹੜੇ ਇਲਾਕੇ ਦੇ ਵਿੱਚ ਪਾਪ ਵੱਧਦਾ ਸੀ, ਉਸ ਇਲਾਕੇ ਦੇ ਵਿੱਚ ਉਹਨਾਂ ਲੋਕਾਂ ਨੂੰ ਸਜ਼ਾ ਦਿੰਦਾ ਸੀ। ਫਿਰ ਉਸ ਤੋਂ ਬਾਅਦ ਜਿਸ ਵੇਲੇ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆ ਕੇ ਰੋਂਦੇ ਸੀ, ਫਿਰ ਉਸੇ ਇਲਾਕੇ ਦੇ ਵਿੱਚੋਂ ਪ੍ਰਭੂ ਇੱਕ ਬੰਦੇ ਨੂੰ ਉਠਾਲਦਾ ਸੀ ਜਿਸ ਦੇ ਪਿੱਛੇ ਉਹ ਚੱਲਦੇ ਸੀ, ਔਰ ਫਿਰ ਪ੍ਰਭੂ ਉਹਨਾਂ ਨੂੰ ਬਰਕਤ ਦਿੰਦਾ ਸੀ, ਔਰ ਫਿਰ ਪ੍ਰਭੂ ਉਹਨਾਂ ਨੂੰ ਜਿੱਤ ਦਿੰਦਾ ਸੀ। ਸੋ ਅਸੀਂ ਇਸ ਜਿਹੜਾ ਯਹੂਦ ਦੇ ਕਬੀਲੇ ਦਾ ਇਹ ਸਾਰਾ ਅਸੀਂ ਦੇਖਦੇ ਪਏ ਹਾਂ ਕਿ ਉਸ ਨੂੰ ਪ੍ਰਭੂ ਨੇ ਗਿਲਗਾਲ ਦੇ ਵਿੱਚੋਂ ਉਠਾਲਿਆ, ਔਰ ਉਸਨੇ ਇਹਨਾਂ ਲੋਕਾਂ ਨੂੰ ਜਿੱਤ ਦਿੱਤੀ। ਔਰ ਇਹ ਸਾਰਾ ਜਿਹੜਾ ਸਮਾਂ ਸੀ, ਇਹ 80 ਸਾਲ ਦਾ ਸਮਾਂ ਸੀ ਜਿਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਪਈਆਂ। ਔਰ ਉਸ ਤੋਂ ਬਾਅਦ ਪ੍ਰਭੂ ਨੇ ਉਹਨਾਂ ਦੇ ਵਿੱਚ ਸ਼ਾਂਤੀ ਰੱਖੀ। 80 ਸਾਲ ਤੱਕ ਇਸ ਇਲਾਕੇ ਦੇ ਵਿੱਚ ਸ਼ਾਂਤੀ ਆਈ। ਆਹ ਜਿਹੜਾ ਇਲਾਕਾ ਅਸੀਂ ਦੇਖਦੇ ਪਏ ਹਾਂ, ਇਸ ਇਲਾਕੇ ਦੇ ਵਿੱਚ ਅਗਲੇ 80 ਸਾਲ ਤੱਕ ਸ਼ਾਂਤੀ ਰਹੀ, ਕਿਉਂਕਿ ਇਹਨਾਂ ਨੂੰ ਸਜ਼ਾ ਮਿਲ ਗਈ ਸੀ। ਪ੍ਰਭੂ ਨੇ ਇਹਨਾਂ ਦੇ ਵਿੱਚ ਆਪਣਾ ਬੰਦਾ ਠਾਲ ਦਿੱਤਾ ਸੀ ਔਰ ਇਹਨਾਂ ਨੂੰ ਜਿੱਤ ਦੇ ਦਿੱਤੀ ਸੀ। ਹੁਣ ਅਸੀਂ ਜਿਸ ਲਈ ਅੱਗੇ ਪੜ੍ਹਨਾ ਹੈਗਾ ਤੇ ਫਿਰ ਅਸੀਂ ਦਬੋਰਾ ਦੇ ਬਾਰੇ ਪੜ੍ਹਨਾ ਕਿ ਕਿਸ ਤਰ੍ਹਾਂ ਦਬੋਰਾ ਨੇ ਪ੍ਰਭੂ ਨੇ ਦਬੋਰਾ ਨੂੰ ਉਠਾਲਣਾ ਹੈਗਾ। ਔਰ ਉਹ ਬੇਸਿਕਲੀ ਇੱਥੋਂ ਐਫਰਾਇਮ ਦੇ ਕਬੀਲੇ ਦੇ ਵਿੱਚ ਫਿਰ ਇਸ ਇਲਾਕੇ ਦੇ ਵਿੱਚ ਇਸ ਕਬੀਲੇ ਦੇ ਵਿੱਚ ਪਾਪ ਵਧਣਾ ਹੈ, ਔਰ ਪ੍ਰਭੂ ਨੇ ਫਿਰ ਇਸ ਕਬੀਲੇ ਤੋਂ ਇੱਕ ਔਰਤ ਨੂੰ ਉਠਾਲਣਾ ਜਿਹੜੀ ਜੱਜ ਬਣੀ ਸੀਗੀ। ਸੋ ਆਓ ਆਪਾਂ ਏਦਾਂ ਕਰਦੇ ਹਾਂ, ਅੱਜ ਅਸੀਂ ਦਬੋਰਾ ਦਾ ਹਿੱਸਾ ਪੜ੍ਹ ਲੈਂਦੇ ਹਾਂ, ਇਸ ਨੂੰ ਆਪਾਂ ਖਤਮ ਕਰ ਲੈਂਦੇ ਹਾਂ। ਫਿਰ ਆਪਾਂ ਕੱਲ ਨੂੰ ਇੱਥੇ ਰੂਥ ਦੀ ਪੁਸਤਕ ਪੜਾਂਗੇ, ਕਿਉਂਕਿ ਰੂਥ ਦੀ ਪੁਸਤਕ ਇੱਥੇ ਆਉਂਦੀ ਆ, ਔਰ ਉਹਦੇ ਨਾਲ ਥੋੜੀ ਜਿਹੀ ਪ੍ਰਭੂ ਦੀ ਜਿੱਤ ਦਾ ਵੀ ਦੇਖਾਂਗੇ ਕਿ ਖੁਦਾਵੰਦ ਕਿਸ ਤਰ੍ਹਾਂ ਆਪਣੀ ਦਇਆ ਇਸ ਸਮੇਂ ਦੇ ਵਿੱਚ ਕਰਦਾ ਪਿਆ, ਕਿਸ ਤਰ੍ਹਾਂ ਪ੍ਰਭੂ ਆਪਣਾ ਰਹਿਮ ਵੀ ਦਿਖਾਉਂਦਾ ਪਿਆ ਇਹਨਾਂ ਲੋਕਾਂ ਨੂੰ। ਸੋ ਆਓ ਆਪਾਂ ਹੁਣ ਚੌਥੇ ਭਾਵ ਦੇ ਵਿੱਚ ਜਾਂਦੇ ਹਾਂ, ਔਰ ਇੱਥੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਨੇ ਦਬੋਰਾ ਨੂੰ ਉਠਾਲਿਆ ਔਰ ਉਸ ਨੂੰ ਪ੍ਰਭੂ ਨੇ ਜਿੱਤ ਦਿੱਤੀ। ਸੋ ਆਓ ਬੇਸਿਕਲੀ ਇਸ ਦਾ ਚੌਥਾ ਚੈਪਟਰ ਇਸ ਜਸਟ ਇੱਕ ਸਟੋਰੀ ਹੈ ਜਿਹੜੀ ਉਸ ਸਮੇਂ ਦੇ ਵਿੱਚ ਹੋਈ। ਆਓ ਇਸ ਨੂੰ ਪੜ੍ਹਦੇ ਹਾਂ। ਚੌਥਾ ਭਾਵ, ਗੋ ਅਹੈਡ। ਦਬੋਰਾ ਅਤੇ ਬਾਰਾਕ। ਯਹੂਦ ਦੇ ਮਰ ਜਾਣ ਦੇ ਪਿੱਛੋਂ ਇਜ਼ਰਾਈਲੀ ਕੌਮ ਨੇ ਫਿਰ ਪ੍ਰਭੂ ਦਾ ਵਿਸ਼ਵਾਸਘਾਤ ਕਰਕੇ ਉਸ ਦੇ ਵਿਰੁੱਧ ਪਾਪ ਕੀਤਾ। ਇਸ ਲਈ ਪ੍ਰਭੂ ਨੇ ਉਹਨਾਂ ਨੂੰ ਕਨਾਨੀ ਰਾਜਾ ਯਾਬੀਨ ਦੇ ਹੱਥੀਂ ਸੌਂਪ ਦਿੱਤਾ। ਯਾਬੀਨ ਰਾਜਾ ਦੀ ਰਾਜਧਾਨੀ ਹਸੋਰ ਸੀ ਅਤੇ ਉਸਦੇ ਸੈਨਾਪਤੀ ਦਾ ਨਾਂ ਸੀਸਰਾ ਸੀ, ਜੋ ਪਰਾਈਆਂ ਕੌਮਾਂ ਦੇ ਸ਼ਹਿਰ ਅਰੋਸਤ ਵਿੱਚ ਰਹਿੰਦਾ ਸੀ। ਯਾਬੀਨ ਕੋਲ 900 ਲੋਹੇ ਦੇ ਰੱਥ ਸਨ। ਉਸਨੇ 20 ਸਾਲਾਂ ਤੱਕ ਇਜ਼ਰਾਈਲੀਆਂ ਤੇ ਰਾਜ ਕੀਤਾ। ਉਹ ਇਹਨਾਂ ਸਾਲਾਂ ਵਿੱਚ ਉਹਨਾਂ ਉੱਤੇ ਅਤਿਆਚਾਰ ਕਰਦਾ ਰਿਹਾ। ਉਸ ਸਮੇਂ ਦਬੋਰਾ, ਜਿਸ ਦੇ ਪਤੀ ਦਾ ਨਾਂ ਲੈਪੀਦੋਤ ਸੀ, ਇਜ਼ਰਾਈਲੀਆਂ ਦੀ ਨਬੀਆ ਸੀ। ਉਹ ਇਫਰਾਇਮ ਦੇ ਪਹਾੜੀ ਇਲਾਕੇ ਵਿੱਚ ਇੱਕ ਖਜੂਰ ਦੇ ਰੁੱਖ ਦੇ ਹੇਠ, ਜੋ ਰਾਮਾ ਅਤੇ ਬੈਤੇਲ ਦੇ ਵਿਚਕਾਰ ਬੈਠਦੀ ਸੀ, ਅਤੇ ਇਜ਼ਰਾਈਲੀ ਲੋਕ ਉਸ ਕੋਲ ਨਿਆਂ ਦੇ ਲਈ ਆਇਆ ਕਰਦੇ ਸਨ। ਇੱਕ ਦਿਨ ਉਸਨੇ ਨਫਤਾਲੀ ਦੇ ਨਗਰ ਕਾਤੇਸ਼ ਤੋਂ ਅਬੀਨੋਅਮ ਦੇ ਪੁੱਤਰ ਬਾਰਾਕ ਨੂੰ ਸੱਦਿਆ ਅਤੇ ਉਸਨੂੰ ਕਿਹਾ,
ਇਜ਼ਰਾਈਲੀਆਂ ਦੇ ਪ੍ਰਭੂ ਨੇ ਤੈਨੂੰ ਇਹ ਆਗਿਆ ਦਿੱਤੀ ਹੈ, ਤੂੰ ਨਫਤਾਲੀ ਅਤੇ ਜ਼ਬੂਲਨ ਦੇ ਕਬੀਲਿਆਂ ਵਿੱਚੋਂ 10,000 ਲੜਾਕੂ ਲੈ ਕੇ ਤਬੋਰ ਦੇ ਪਹਾੜ ਵੱਲ ਜਾ। ਮੈਂ ਕਿਸ਼ੋਨ ਦੇ ਦਰਿਆ ਕੋਲ ਯਾਬੀਨ ਦੇ ਸੈਨਾਪਤੀ ਸੀਸਰਾ ਨੂੰ ਉਸਦੇ ਰੱਥਾਂ ਅਤੇ ਫੌਜ ਸਮੇਤ ਤੇਰੇ ਨਾਲ ਲੜਨ ਲਈ ਲਿਆਵਾਂਗਾ, ਪਰ ਜਿੱਤ ਮੈਂ ਤੈਨੂੰ ਦੇਵਾਂਗਾ। ਬਾਰਾਕ ਨੇ ਉੱਤਰ ਦਿੱਤਾ, ਮੈਂ ਜਾਵਾਂਗਾ, ਪਰ ਜੇਕਰ ਤੂੰ ਮੇਰੇ ਨਾਲ ਚੱਲੇਂਗੀ। ਜੇਕਰ ਤੂੰ ਮੇਰੇ ਨਾਲ ਨਹੀਂ ਜਾਵੇਂਗੀ ਤਾਂ ਮੈਂ ਵੀ ਨਹੀਂ ਜਾਵਾਂਗਾ। ਦਬੋਰਾ ਨੇ ਕਿਹਾ, ਮੈਂ ਜ਼ਰੂਰ ਤੇਰੇ ਨਾਲ ਜਾਵਾਂਗੀ, ਪਰ ਯਾਦ ਰੱਖ, ਇਸ ਸਭ ਦਾ ਸਿਹਰਾ ਤੈਨੂੰ ਨਹੀਂ ਮਿਲੇਗਾ, ਕਿਉਂਕਿ ਪ੍ਰਭੂ ਸੀਸਰਾ ਨੂੰ ਇੱਕ ਔਰਤ ਦੇ ਹੱਥ ਸੌਂਪ ਦੇਵੇਗਾ। ਸੋ ਦਬੋਰਾ ਉੱਠ ਕੇ ਬਾਰਾਕ ਦੇ ਨਾਲ ਕਦੇਸ਼ ਨੂੰ ਗਈ। ਤਦ ਬਾਰਾਕ ਨੇ ਜ਼ਬੂਲਨ ਅਤੇ ਨਫਤਾਲੀ ਦੇ ਲੋਕਾਂ ਨੂੰ ਕਦੇਸ਼ ਵਿੱਚ ਸੱਦਿਆ ਤੇ ਉਹ ਆਪਣੇ ਨਾਲ 10,000 ਲੋਕਾਂ ਨੂੰ ਲੈ ਕੇ ਗਿਆ। ਦਬੋਰਾ ਵੀ ਉਸਦੇ ਨਾਲ ਗਈ। ਇਸੇ ਸਮੇਂ ਮੂਸਾ ਦੇ ਸਾਲੇ ਹੁਬਾਬ ਦੀ ਸੰਤਾਨ ਵਿੱਚੋਂ ਇੱਕ ਮਨੁੱਖ ਹਬਰ ਕੇਨੀ ਨੇ ਆਪਣੇ ਆਪ ਨੂੰ ਆਪਣੇ ਲੋਕਾਂ ਵਿੱਚੋਂ ਵੱਖ ਕਰ ਲਿਆ। ਉਹ ਸਯਨੈਮ ਦੀ ਥਾਂ ਤੇ ਇੱਕ ਬਲੂਤ ਦੇ ਰੁੱਖ ਕੋਲ ਆ ਕੇ ਆਪਣੇ ਤੰਬੂ ਗੱਡ ਲਏ। ਤਦ ਸੈਨਾਪਤੀ ਸੀਸਰਾ ਨੂੰ ਵੀ ਪਤਾ ਲੱਗ ਗਿਆ ਕਿ ਅਬੀਨੋਇਮ ਦਾ ਪੁੱਤਰ ਬਾਰਾਕ ਤਾਬੋਰ ਪਹਾੜ ਉੱਤੇ ਚੜਿਆ ਹੈ। ਉਸਨੇ ਆਪਣੇ 900 ਲੋਹੇ ਦੇ ਰੱਥਾਂ ਸਮੇਤ ਆਪਣੀ ਸਾਰੀ ਫੌਜ ਨੂੰ ਪਰਾਈਆਂ ਕੌਮਾਂ ਦੇ ਹਰੋਸ਼ਬ ਸ਼ਹਿਰ ਤੋਂ ਕਿਸ਼ੋਨ ਦਰਿਆ ਤੱਕ ਘੱਲਿਆ। ਤਦ ਦਬੋਰਾ ਨੇ ਬਾਰਾਕ ਨੂੰ ਕਿਹਾ, ਤੂੰ ਦੇਖ, ਪ੍ਰਭੂ ਤੇਰੇ ਅੱਗੇ ਜਾ ਰਿਹਾ ਹੈ। ਉਸਨੇ ਅੱਜ ਸੀਸਰਾ ਨੂੰ ਮੇਰੇ ਹੱਥੀਂ ਸੌਂਪ ਦਿੱਤਾ ਹੈ। ਸੋ ਬਾਰਾਕ ਆਪਣੇ 10,000 ਆਦਮੀਆਂ ਦੇ ਨਾਲ ਤਾਬੋਰ ਪਹਾੜ ਦੇ ਵੱਲ ਗਿਆ। ਉਸਨੇ ਸੀਸਰਾ ਦੀ ਫੌਜ ਉੱਤੇ ਤਲਵਾਰ ਨਾਲ ਚੜ੍ਹਾਈ ਕੀਤੀ ਤਾਂ ਪ੍ਰਭੂ ਨੇ ਸੀਸਰਾ ਦੀ ਫੌਜ ਅਤੇ ਰੱਥਾਂ ਵਿੱਚ ਖਲਬਲੀ ਮਚਾ ਦਿੱਤੀ। ਸੀਸਰਾ ਆਪਣੇ ਰੱਥ ਤੋਂ ਉਤਰ ਕੇ ਪੈਦਲ ਹੀ ਨੱਠ ਤੁਰਿਆ। ਬਾਰਾਕ ਨੇ ਸੀਸਰਾ ਦੀ ਫੌਜ ਅਤੇ ਰੱਥਾਂ ਦਾ ਪਰਾਈਆਂ ਕੌਮਾਂ ਦੇ ਸ਼ਹਿਰ ਹਰੋਸ਼ਤ ਤੱਕ ਪਿੱਛਾ ਕੀਤਾ। ਸੀਸਰਾ ਦੀ ਸਾਰੀ ਫੌਜ ਦਾ ਕੋਈ ਵੀ ਆਦਮੀ ਪਿੱਛੇ ਜਿਉਂਦਾ ਨਾ ਬਚਿਆ। ਸੀਸਰਾ ਫਰਾਰ ਹੋ ਕੇ ਹਬਰੀ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵਿੱਚ ਜਾ ਲੁਕਿਆ, ਕਿਉਂਕਿ ਹਾਸੋਰ ਦੇ ਰਾਜਾ ਯਾਬੀਨ ਅਤੇ ਹਬਰ ਕੇਨੀ ਦੀ ਸੰਤਾਨ ਵਿੱਚ ਮੇਲ ਸੀ। ਜਦੋਂ ਸੀਸਰਾ ਯਾਏਲ ਦੇ ਤੰਬੂ ਕੋਲ ਪਹੁੰਚਿਆ ਤਾਂ ਉਸਨੇ ਸੀਸਰਾ ਨੂੰ ਕਿਹਾ, ਸ਼੍ਰੀਮਾਨ ਜੀ, ਆਓ, ਤੁਸੀਂ ਡਰੋ ਨਾ। ਸੋ ਉਹ ਯਾਏਲ ਦੇ ਤੰਬੂ ਅੰਦਰ ਚਲਾ ਗਿਆ ਤੇ ਉਸਨੇ ਸੀਸਰਾ ਕੰਬਲਾਂ ਨਾਲ ਢੱਕ ਦਿੱਤਾ। ਸੀਸਰਾ ਨੇ ਯਾਏਲ ਨੂੰ ਕਿਹਾ, ਮੈਨੂੰ ਤੇਲ ਲੱਗੀ ਹੈ, ਥੋੜਾ ਜਿਹਾ ਪਾਣੀ ਪਿਲਾ ਦੇ। ਯਾਏਲ ਨੇ ਉਸਨੂੰ ਚਮੜੇ ਦੀ ਦੁੱਧ ਵਾਲੀ ਮਿਸ਼ਕ ਵਿੱਚੋਂ ਦੁੱਧ ਪਿਲਾ ਦਿੱਤਾ ਅਤੇ ਉਸਨੂੰ ਫਿਰ ਲੁਕਾ ਦਿੱਤਾ। ਸੀਸਰਾ ਨੇ ਉਸਨੂੰ ਕਿਹਾ, ਤੂੰ ਤੰਬੂ ਦੇ ਬੂਹੇ ਅੱਗੇ ਖੜੀ ਹੋ ਜਾ ਤੇ ਜੇਕਰ ਤੇਰੇ ਤੋਂ ਕੋਈ ਪੁੱਛੇ, ਇੱਥੇ ਕੋਈ ਆਦਮੀ ਹੈ, ਤਾਂ ਤੂੰ ਉੱਤਰ ਦੇਵੀਂ, ਨਹੀਂ। ਸੀਸਰਾ ਥਕੇਵੇਂ ਨਾਲ ਛੇਤੀ ਹੀ ਗੂੜੀ ਨੀਂਦੇ ਸੌਂ ਗਿਆ। ਤਦ ਯਾਏਲ ਨੇ ਇੱਕ ਹਥੌੜੀ ਨਾਲ ਲੋਹੇ ਦੀ ਕਿੱਲੀ ਲੈ ਕੇ ਮਲਕੜੇ ਉਸਨੇ ਕਿੱਲੀ ਸੀਸਰਾ ਦੇ ਸਿਰ ਵਿੱਚ ਇਸ ਤਰ੍ਹਾਂ ਠੋਕ ਦਿੱਤੀ ਕਿ ਉਹ ਕਿੱਲ ਸਿਰ ਦੇ ਵਿੱਚੋਂ ਦੀ ਜ਼ਮੀਨ ਵਿੱਚ ਖੁੱਭ ਗਈ। ਫਿਰ ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਉੱਥੇ ਆ ਪਹੁੰਚਿਆ ਤਾਂ ਯਾਏਲ ਉਸਦੇ ਮਿਲਣ ਨੂੰ ਅੱਗੇ ਗਈ ਅਤੇ ਉਸਨੇ ਕਿਹਾ, ਆ ਮੈਂ ਤੈਨੂੰ ਉਹ ਆਦਮੀ ਦਿਖਾਵਾਂ ਜਿਸ ਨੂੰ ਤੂੰ ਲੱਭ ਰਿਹਾ ਹੈ। ਸੋ ਬਾਰਾਕ ਉਸਦੇ ਨਾਲ ਉਸਦੇ ਤੰਬੂ ਵਿੱਚ ਗਿਆ ਅਤੇ ਉਸਨੇ ਦੇਖਿਆ ਕਿ ਸੀਸਰਾ ਉੱਥੇ ਮਰਿਆ ਪਿਆ ਹੈ ਅਤੇ ਲੋਹੇ ਦੀ ਕਿੱਲੀ ਉਸਦੇ ਸਿਰ ਵਿੱਚ ਆਰ-ਪਾਰ ਠੁੱਕੀ ਹੋਈ ਸੀ। ਸੋ ਉਸ ਦਿਨ ਪ੍ਰਭੂ ਨੇ ਇਜ਼ਰਾਈਲੀਆਂ ਨੂੰ ਰਾਜਾ ਯਾਬੀਨ ਉੱਤੇ ਜਿੱਤ ਦਿੱਤੀ। ਇਜ਼ਰਾਈਲੀ ਲੋਕ ਇੰਨੇ ਤਕੜੇ ਹੋ ਗਏ ਸਨ ਕਿ ਕਨਾਨ ਦੇ ਰਾਜਾ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ। ਸੋ ਹੁਣ ਅਸੀਂ ਬੇਸਿਕਲੀ ਜਿਹੜੇ ਅਸੀਂ ਪਿਛਲੀ ਦੂਸਰੀ ਪਿਕਚਰ ਦੇ ਵਿੱਚ ਦੇਖਿਆ ਸੀ, ਅੱਜ ਅਸੀਂ ਇੱਥੇ ਹੀ ਖਤਮ ਕਰਾਂਗੇ ਔਰ ਕੱਲ ਨੂੰ ਅਸੀਂ ਸ਼ੁਕਰਗੁਜ਼ਾਰੀ ਦਾ ਜਿਹੜਾ ਗੀਤ ਦੇਖਾਂਗੇ। ਸੋ ਅਸੀਂ ਕੀ ਦੇਖਦੇ ਪਏ ਹਾਂ ਕਿ ਜਿਸ ਵੇਲੇ ਅਥਾਨੀਅਲ ਸੀਗਾ ਤੇ ਉਸ ਵੇਲੇ ਜਿਹੜੇ ਰਾਜੇ ਆਏ ਆ, ਇਧਰੋਂ ਪਿੱਛੋਂ ਆਏ ਆ, ਮੁਆਬ ਨੇ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਆ ਉਹਦੇ ਵਿੱਚੋਂ ਨਿਕਲ ਕੇ। ਸੋ ਉਹਨਾਂ ਨੇ ਬੇਸਿਕਲੀ ਇਧਰਲੇ ਪਾਸਿਓਂ ਹਮਲਾ ਕੀਤਾ ਆ ਔਰ ਹਮਲਾ ਕਰਕੇ ਇਸ ਇਲਾਕੇ ਦੀ ਜ਼ਮੀਨ ਥੋੜੀ ਜਿਹੀ ਜਿੱਤ ਲਈ, ਜ਼ਿਆਦਾ ਨਹੀਂ ਸੀ ਜਿੱਤਦੇ, ਥੋੜੀ ਜਿਹੀ ਜ਼ਮੀਨ ਜਿੱਤਦੇ ਸੀ, ਜਿਹਦੇ ਨਾਲ ਯਹੂਦਾ ਦੇ ਕਬੀਲੇ ਨੂੰ ਇਹ ਪਤਾ ਲੱਗ ਗਿਆ ਕਿ ਸਾਡੇ ਜਿਹੜੇ ਉਹ ਪ੍ਰਭੂ ਦੇ ਅੱਗੇ ਜਾ ਕੇ ਰੋਏ ਔਰ ਪ੍ਰਭੂ ਨੇ ਅਥਾਨੀਅਲ ਦਿੱਤਾ ਔਰ ਅਥਾਨੀਅਲ ਨੇ ਇਸ ਕਬੀਲੇ ਦੇ ਲੋਕਾਂ ਨੂੰ ਲੈ ਕੇ ਯੁੱਧ ਕੀਤਾ। ਇਹਦਾ ਮਤਲਬ ਇਹ ਨਹੀਂ ਕਿ ਸਾਰਾ ਹੀ ਇਜ਼ਰਾਈਲ ਜੀ ਉਸਦੇ ਕਬੀਲੇ ਦੇ ਵਿੱਚ ਆ ਗਿਆ, ਨਹੀਂ। ਇਸੇ ਤਰ੍ਹਾਂ ਐਹੁਦ ਦੇ ਸਮੇਂ ਦੇ ਵਿੱਚ ਹੋਇਆ। ਉਸ ਵੇਲੇ ਜਿਹੜੇ ਮੁਆਬੀ ਲੋਕ ਸੀਗੇ, ਕਿਉਂਕਿ ਰਬੋਨੀ ਲੋਕ ਆਲਰੇਡੀ ਉਹਨਾਂ ਦੇ ਨਾਲ ਰੜ ਚੁੱਕੇ ਸੀ, ਰਬੋਨ ਦੇ ਕਬੀਲੇ ਦੇ ਲੋਕ ਆਲਰੇਡੀ ਰਲ ਚੁੱਕੇ ਸੀ, ਉਹਨਾਂ ਨੇ ਇੱਥੋਂ ਆ ਕੇ ਹਮਲਾ ਕੀਤਾ ਔਰ ਹਮਲਾ ਕਰਕੇ ਉਹਨਾਂ ਨੇ ਯਰੀਹੋ ਦਾ ਇਲਾਕਾ ਜਿੱਤ ਲਿਆ ਔਰ ਇਸ ਇਲਾਕੇ ਦੇ ਉੱਤੇ ਉਹਨਾਂ ਨੇ ਕਾਫੀ ਅਤਿਆਚਾਰ ਕੀਤਾ ਔਰ ਫਿਰ ਪ੍ਰਭੂ ਨੇ ਇਹਨਾਂ ਦੇ ਵਿੱਚ ਐਹੁਦ ਨਾਂ ਦਾ ਇੱਕ ਬੰਦਾ ਉਠਾ ਲਿਆ ਔਰ ਉਸਨੇ ਇਹਨਾਂ ਦੇ ਉੱਤੇ ਇਹਨਾਂ ਨੂੰ ਇਸ ਇਲਾਕੇ ਦੇ ਵਿੱਚੋਂ ਬਾਹਰ ਕੱਢ ਦਿੱਤਾ। ਇਹਦਾ ਮਤਲਬ ਇਹ ਨਹੀਂ ਕਿ ਉਹ ਜਾ ਕੇ ਮੁਆਬ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ, ਨਹੀਂ, ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚੋਂ ਬਾਹਰ ਕੱਢ ਦਿੱਤਾ। ਇਸੇ ਤਰ੍ਹਾਂ ਹੁਣ ਜਿਹੜੇ ਬਾਕੀ ਦੇ ਹਮਲੇ ਹੋ ਰਹੇ ਆ ਉਹ ਇਧਰਲੇ ਇਲਾਕੇ ਦੇ ਵਿੱਚੋਂ ਹੋ ਰਹੇ ਆ। ਉਹ ਇਹਨਾਂ ਇਲਾਕਿਆਂ ਦੇ ਉੱਤੇ ਕਨਾਨੀ ਲੋਕ ਜਿਹੜੇ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਬਸੇ ਹੋ ਸੀਗੇ,
ਉਹ ਇਲਾਕਿਆਂ ਦੇ ਉੱਤੇ ਹਮਲਾ ਕਰਦੇ ਪਏ ਸੀਗੇ। ਸੋ ਉਹ ਇਹ ਹਮਲੇ ਜਿਹੜੇ ਉਹ ਇਧਰਲੇ ਪਾਸਿਓਂ ਹੋ ਰਹੇ, ਔਰ ਪ੍ਰਭੂ ਨੇ ਉਹਨਾਂ ਨੂੰ ਥੋੜੀ ਦੇਰ ਉੱਥੇ, ਜਿੰਨੀ ਦੇਰ ਤੱਕ ਉਹਨਾਂ ਦੇ ਜਿਹੜੇ ਸੀਗੇ ਕੀ ਆਪਣੇ ਪੰਜਾਬੀ ਚ ਬਹੁਤ ਸੋਹਣੀ ਕਹਾਵਤ ਆ, ਕਹਿੰਦੇ ਧੌਣ ਦੇ ਵਿੱਚੋਂ ਸਰੀਆ ਨਹੀਂ ਨਿਕਲ ਗਿਆ, ਔਰ ਪ੍ਰਭੂ ਦੇ ਮੋਹਰੇ ਵਿੱਚ ਝੁੱਕ ਕੇ ਰੋਏ ਨਹੀਂ, ਉਨੀ ਦੇਰ ਤੱਕ ਪ੍ਰਭੂ ਨੇ ਰਹਿਣ ਦਿੱਤਾ। ਔਰ ਫਿਰ ਪ੍ਰਭੂ ਨੇ, ਅਸੀਂ ਦੇਖਦੇ ਪਏ ਇੱਥੋਂ ਇਫਰਾਇਮ ਦੇ ਕਬੀਲੇ ਦੇ ਵਿੱਚੋਂ ਦਬੋਰਾ ਨੂੰ ਉਠਾ ਲਿਆ, ਔਰ ਦਬੋਰਾ ਨੇ ਉਹ ਜਿਹੜੀ ਜਿੱਤ ਜਿਹੜੀ ਸੀਗੀ ਉਹ ਪ੍ਰਾਪਤ ਕੀਤੀ, ਔਰ ਪ੍ਰਭੂ ਨੇ ਉਸ ਵੇਲੇ ਇਫਰਾਇਮ ਦੇ ਕਬੀਲੇ ਨੂੰ ਔਰ ਇੱਥੇ ਜਿੱਤ ਦਿੱਤੀ, ਔਰ ਉਹਨਾਂ ਨੂੰ ਆਪਣੇ ਇਲਾਕੇ ਦੇ ਵਿੱਚੋਂ ਬਾਹਰ ਕੱਢ ਦਿੱਤਾ। ਸੋ ਜਿਸ ਵੇਲੇ ਅਸੀਂ ਖਾਸ ਕਰਕੇ ਇਹ ਜੱਜਸ ਦੀ ਪੁਸਤਕ ਪੜ੍ਹਦੇ ਪਏ ਹਾਂ, ਤਾਂ ਜੱਜਸ ਦੀ ਪੁਸਤਕ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਸ ਲਈ ਉਹ ਕਿਸੇ ਦੇ ਥੱਲੇ ਆਇਆ ਤੇ ਉਹ ਸਾਰੇ ਦੇ ਸਾਰੇ ਆ ਗਏ। ਜਿਹੜਾ ਵੀ ਕਬੀਲਾ ਪਾਪ ਕਰਦਾ ਸੀ ਔਰ ਜਿਹੜਾ ਵੀ ਇਲਾਕਾ ਪਾਪ ਕਰਦਾ ਸੀ, ਪ੍ਰਭੂ ਉਹਨਾਂ ਨੂੰ ਸਜ਼ਾ ਦਿੰਦਾ ਸੀ, ਜਿਸ ਦੇ ਨਾਲ ਬਾਕੀ ਸਾਰੇ ਸਿੱਖ ਜਾਂਦੇ ਸੀ, ਜਿਸ ਤਰ੍ਹਾਂ ਪ੍ਰਭੂ ਇਹਨਾਂ ਨੂੰ ਲੈ ਕੇ ਉਜਾੜ ਦੇ ਵਿੱਚੋਂ ਲੈ ਕੇ ਆ ਰਿਹਾ ਸੀ, ਤਾਂ ਪ੍ਰਭੂ ਜਿਸਲੇ ਸਜ਼ਾ ਦਿੰਦਾ ਸੀ ਸਾਰੇ ਇਜ਼ਰਾਈਲੀਆਂ ਨੂੰ ਨਹੀਂ ਦਿੰਦਾ ਸੀ, ਉਹ ਉਹਨਾਂ ਨੂੰ ਸਜ਼ਾ ਦਿੰਦਾ ਸੀ ਜਿਹੜੇ ਗਲਤ ਕੰਮ ਕਰਦੇ ਸੀ। ਉਸ ਦੇ ਨਾਲ ਫਿਰ ਬਾਕੀ ਦੇ ਸਾਰੇ ਇਜ਼ਰਾਈਲੀ ਸਿੱਖ ਜਾਂਦੇ ਸੀ, ਉਹ ਫਿਰ ਮੁੜ ਕੇ ਉਹ ਪਾਪ ਨਹੀਂ ਸੀ ਕਰਦੇ। ਸੋ ਇਹ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਦੇ ਪਏ ਹਾਂ, ਔਰ ਇਸ ਤਰੀਕੇ ਦੇ ਨਾਲ ਪ੍ਰਭੂ ਆਪਣੇ ਲੋਕਾਂ ਦੇ ਨਾਲ ਕੰਮ